ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਨੇ ਸਾਜਿਆ, ਖਾਲਸਾ ਗੁਰੂ ਦੀ ਫੌਜ ਹੈ। ਖਾਲਸੇ ਦੀ ਜਿੱਤ ਗੁਰੂ ਦੀ ਜਿੱਤ ਹੁੰਦੀ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਨਹੀਂ। ਰੱਬ ਨੂੰ ਕਿਸੇ ਫੌਜ ਦੀ ਲੋੜ ਨਹੀਂ। ਰੱਬ ਨੇ ਕਿਸੇ ਤੇ ਹਮਲਾ ਨਹੀਂ ਕਰਨਾ। ਰੱਬ ਨੂੰ ਕਿਸੇ ਦਾ ਡਰ ਨਹੀਂ। ਜੇ ਕੋਈ ਫੌਜ ਰੱਖੇ ਤੇ ਰੱਬ ਕੋਈ ਸਰੀਰ ਧਾਰੀ ਵੀ ਨਹੀਂ ਕਿ ਉਸ ਨੂੰ ਡਰ ਹੈ ਕਿਸੇ ਦਾ, ਫੌਜਾਂ ਦੀ ਲੋੜ ਹੈ, ਕੋਈ ਉਸ ਨੂੰ ਮਾਰ ਦੇਵੇਗਾ। ਫੌਜਾਂ ਜਿਹੜੀਆਂ ਇਹ ਗੁਰੂ ਦੀਆਂ, ਖਾਲਸਾ ਗੁਰੂ ਦੀ ਫੌਜ ਹੈ। ਤੋ ਖਾਲਸੇ ਦੀ ਫਤਿਹ ਵੀ ਗੁਰੂ ਦੀ ਫਤਿਹ ਹੈ। ਵਾਹਿਗੁਰੂ ਇਸ ਕਰਕੇ ਕਿਹਾ ਗਿਆ ਕਿ ਇਹ ਗੁਰੂ ਤੂੰ ਧੰਨ ਹੈ। ਵਾਹਿ ਦਾ ਮਤਲਬ ਹੁੰਦਾ ਧੰਨ, ਸ਼ਲਾਘਾਯੋਗ, ਸ਼ਾਬਾਸ਼ ਹੈ ਜਿਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ, ਉਸ ਨੂੰ ਧੰਨ ਕਿਹਾ ਜਾਂਦਾ। ਪੰਨਾ ਗੁਰੂ ਗ੍ਰੰਥ ਸਾਹਿਬ ਦਾ 1124 ਹੈ ਤੇ ਬਾਣੀ ਗੁਰੂ ਰਵਿਦਾਸ ਜੀ ਦੀ ਇਸ 'ਤੇ ਵਿਚਾਰ ਕਰ ਰਹੇ ਸਾਂ। ਇਹ ਰਾਗ ਕਿਦਾਰਾ ਤੋਂ ਹੁਣ ਇਹ ਸ਼ੁਰੂ ਹੋ ਰਹੀ ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਗੁਰੂ ਪ੍ਰਸਾਦ ਹੀ ਹੁੰਦਾ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਦਾ ਮਤਲਬ ਹੈ ਗੁਰੂ ਨੇ ਜਿਹੜੀ ਸਾਨੂੰ ਬਾਣੀ ਦਿੱਤੀ ਹੈ, ਮਹਾਨ ਰਚਨਾ, ਰੱਬ ਨਾਲ ਜੁੜ ਕੇ ਇੱਕਮਿਕ ਹੋ ਕੇ ਜੋ ਰਚਨਾ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਰਚਨਾ ਨੂੰ ਪੜ੍ਹਦਿਆਂ, ਸੁਣਦਿਆਂ, ਵਿਚਾਰਦਿਆਂ, ਉਸ ਰਚਨਾ ਅਨੁਸਾਰ ਆਪਣਾ ਜੀਵਨ ਬਣਾਉਂਦਿਆਂ ਗੁਰੂ ਦੀ ਕਿਰਪਾ ਹੁੰਦੀ ਹੈ। ਇਸ ਗੁਰੂ ਦੀ ਕਿਰਪਾ ਨਾਲ ਜੋ ਇੱਕ ਓਂਕਾਰ ਸਤ ਹੈ, ਉਸ ਨਾਲ ਜਾਣ ਪਛਾਣ ਹੁੰਦੀ ਹੈ, ਉਸ ਨਾਲ ਮਨ ਜੁੜਦਾ ਹੈ, ਉਸ ਦਾ ਸ਼ੁਕਰਾਨਾ ਹੁੰਦਾ ਹੈ, ਉਸ ਦੀ ਯਾਦ ਜਿਹੜੀ ਹੈ ਉਹ ਆਉਂਦੀ ਹੈ। ਇਹ ਹੈ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ। ਰਾਗੋ ਕੇਦਾਰਾ ਬਾਣੀ ਰਵਿਦਾਸ ਜੀਓ ਕੀ। ਸੋ ਜਿਹੜਾ ਮੰਗਲ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਪਹਿਲਾਂ ਪੜ੍ਹਿਆ ਜਾਂਦਾ ਹੈ, ਇਸ ਕਰਕੇ ਇਹਨੂੰ ਪਹਿਲਾਂ ਪੜ੍ਹਿਆ ਗਿਆ। ਬਾਣੀ ਦਾ ਸਿਰਲੇਖ ਜਿਹੜਾ ਹੈ, ਇਹਦੇ ਨਾਲ ਹੀ ਬਾਣੀ ਸ਼ੁਰੂ ਹੋਣੀ ਚਾਹੀਦੀ ਹੈ, ਪਰ ਛਾਪੇ ਦੇ ਬੀੜਾਂ ਵਿੱਚ ਇਹ ਕਿਤੇ ਠੀਕ ਲਿਖਿਆ, ਕਿਤੇ ਉਲਟ ਲਿਖਿਆ, ਅਤੇ ਜਿੱਥੇ ਠੀਕ ਲਿਖਿਆ ਉਹਦੀ ਅਗਵਾਈ ਲੈਣੀ ਚਾਹੀਦੀ ਹੈ। ਉਸ ਅਗਵਾਈ ਮੁਤਾਬਕ ਮੰਗਲ ਪਹਿਲਾਂ ਪੜ੍ਹੇ ਜਾਂਦੇ ਆ। ਜਿੱਦਾਂ ਜਪਜੀ ਸ਼ੁਰੂ ਹੁੰਦਾ ਹੈ, ਜਪਜੀ ਤੋਂ ਪਹਿਲਾਂ ਵੱਡਾ ਮੰਗਲ ਹੈ ਅਤੇ ਉਹ ਪਹਿਲਾਂ ਮੰਗਲ ਪੜ੍ਹ ਕੇ ਫਿਰ ਜਪਜੀ ਪੜ੍ਹੀ ਜਾਂਦੀ ਹੈ। ਇਹ ਨਹੀਂ ਕਿ ਪਹਿਲਾਂ ਕਿਹਾ ਜਾਵੇ ਜਪ, ਫਿਰ ਕਿਹਾ ਜਾਵੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਫਿਰ ਕਿਹਾ ਜਾਵੇ ਆਦਿ ਸੱਚ ਜੁਗਾਦਿ ਸੱਚ। ਇੱਦਾਂ ਨਹੀਂ ਚੱਲਦਾ। ਤੋ ਚੱਲਦਾ ਕਿੱਦਾਂ? ਜਪ ਜਿਹੜਾ ਹੈ ਬਾਣੀ ਦਾ ਸਿਰਲੇਖ ਹੈ। ਇੱਦਾਂ ਇੱਥੇ ਬਾਣੀ ਦਾ ਸਿਰਲੇਖ ਹੈ ਰਾਗ ਕੇਦਾਰਾ ਬਾਣੀ ਰਵਿਦਾਸ ਜੋ ਕਿ ਇਸ ਤੋਂ ਬਾਅਦ ਬਾਣੀ ਇੱਕਦਮ ਸ਼ੁਰੂ ਹੋਣੀ ਚਾਹੀਦੀ ਆ। ਖਟ ਕਰਮ ਵਿਚਕਾਰ ਨਹੀਂ ਮੰਗਲ ਹੋਣਾ ਚਾਹੀਦਾ, ਮੰਗਲ ਪਹਿਲਾਂ ਹੁੰਦਾ ਹੈ, ਕਿਉਂਕਿ ਇਹ ਆਪਣੇ ਇਸ਼ਟ ਅੱਗੇ ਕੀਤੀ ਬੇਨਤੀ ਹੁੰਦੀ ਹੈ। ਖਟ ਕਰਮ ਕੁਲ ਸੰਯੁਗਤ ਹੈ, ਹਰਿ ਭਗਤੀ ਹਿਰਦੈ ਨਾਇ। ਖਟ ਦਾ ਮਤਲਬ ਹੈ ਛੇ, ਛਟ ਤੋਂ ਬਣਿਆ ਖਟ, ਤੋ ਖਟ ਦਾ ਮਤਲਬ ਛੇ ਕਰਮ ਜਿਹੜੇ ਆ ਮਨੁ ਸਿਮਰਤੀ ਵਿੱਚ ਛੇ ਕਰਮ ਬ੍ਰਾਹਮਣਾਂ ਨੇ ਲਿਖੇ ਆ, ਅਤੇ ਬ੍ਰਾਹਮਣ ਵਾਸਤੇ ਇਹ ਛੇ ਕਰਮ ਜ਼ਰੂਰੀ ਆ। ਕਿਹੜੇ ਆ? ਉਹ ਹੈਗੇ ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਦਾਨ ਦੇਣਾ ਅਤੇ ਦਾਨ ਲੈਣਾ, ਯੱਗ ਕਰਨਾ ਅਤੇ ਦੂਜਿਆਂ ਕੋਲੋਂ ਯੱਗ ਕਰਾਉਣਾ। ਇਹ ਛੇ ਕਰਮ ਮੰਨੇ ਗਏ ਆ ਮਨੁ ਸਿਮਰਤੀ ਮੁਤਾਬਕ। ਮਨੁ ਸਿਮਰਤੀ ਹਿੰਦੂ ਮਤ ਦੀ ਪੁਸਤਕ ਹੈ, ਜਿਹਦੇ ਵਿੱਚ ਕਰਮ ਕਾਂਡਾਂ ਦਾ ਜ਼ਿਕਰ ਹੈ, ਜਿਹਦੇ ਵਿੱਚ ਸ਼ੂਦਰਾਂ ਨੂੰ ਬਹੁਤ ਮਾੜਾ ਗਿਣਿਆ ਗਿਆ ਅਤੇ ਜਾਤ ਪਾਤ ਦੀਆਂ ਵੰਡੀਆਂ ਪਾਈਆਂ ਗਈਆਂ, ਹੋਰ ਬਹੁਤ ਕੁਛ ਹੈ ਜਿਹਦੇ ਵਿੱਚ। ਸੋ ਉਹ ਮਨੁ ਸਿਮਰਤੀ ਜਿਹੜੀ ਹੈ, ਇਹ ਸਿਮਰਤੀਆਂ ਵਿੱਚ ਇੱਕ ਸਿਮਰਤੀ ਹੈ। ਤੋ ਖਟ ਕਰਮ ਕੁਲ ਸੰਯੁਗਤ ਹੈ। ਬੰਦਾ ਛੇ ਕਰਮ ਵੀ ਕਰਦਾ ਹੋਵੇ, ਕੁਲ ਸੰਯੁਗਤ ਹੈ, ਅਤੇ ਕਹਿੰਦਾ ਹੋਵੇ ਕਿ ਮੈਂ ਜਿਹੜਾ ਇਹ ਉੱਚੀ ਕੁਲ ਦਾ ਹਾਂ, ਮੇਰੀ ਕੁਲ ਜਿਹੜੀ ਆ ਉੱਚੀ ਆ, ਭਾਵ ਬ੍ਰਾਹਮਣ ਕੁਲ ਦਾ ਹੋਵੇ। ਉਸ ਵੇਲੇ ਬ੍ਰਾਹਮਣ ਨੂੰ ਸਭ ਤੋਂ ਉੱਚੀ ਕੁਲ ਦਾ ਮੰਨਿਆ ਜਾਂਦਾ ਸੀ।
ਤੇ ਉੱਚੀ ਕੁਲ ਦਾ ਬ੍ਰਾਹਮਣ ਹੋਵੇ, 6 ਕਰਮ ਵੀ ਕਰਦਾ ਹੋਵੇ, ਤੇ ਫਿਰ ਹਰਿ ਭਗਤੀ ਹਿਰਦੈ ਨਾਇ, ਉਹਦੇ ਹਿਰਦੇ ਵਿੱਚ, ਉਹਦੇ ਮਨ ਵਿੱਚ ਰੱਬ ਨਾਲ ਕੋਈ ਪ੍ਰੇਮ ਨਾ ਹੋਵੇ, ਰੱਬ ਦੀ ਕੋਈ ਯਾਦ ਨਾ ਹੋਵੇ, ਰੱਬ ਦੀ ਕੋਈ ਭਜਨ ਬੰਦਗੀ ਨਾ ਹੋਵੇ, ਤਾਂ ਉਹ ਫਿਰ ਕਿਸ ਤਰ੍ਹਾਂ ਦਾ ਹੈ? ਚਰਨਾਰ ਬਿੰਦ ਨ ਕਥਾ ਭਾਵੈ, ਸ਼ਪਚ ਤੁਲ ਸਮਾਨ, ਸ਼ੁਪਚ ਤੁਲ ਸਮਾਨ। ਤੇ ਉਹ ਜਿਹੜਾ ਪ੍ਰਾਣੀ ਹੈ, ਬ੍ਰਾਹਮਣ ਹੈ, ਜਿਹੜਾ 6 ਕਰਮ ਕਰਨ ਵਾਲਾ, ਆਪਣੇ ਆਪ ਨੂੰ ਉੱਚੀ ਕੁਲ ਵਾਲਾ ਦੱਸਣ ਵਾਲਾ, ਜਿਹਦੇ ਅੰਦਰ ਰੱਬ ਦੀ ਬੰਦਗੀ ਭਗਤੀ ਨਹੀਂ ਹੈ, ਪ੍ਰੇਮ ਨਹੀਂ ਹੈ, ਚਰਨਾਰ ਬਿੰਦ ਨਾ ਕਥਾ ਭਾਵੈ, ਰੱਬ ਦੇ ਕਮਲ ਫੁੱਲ ਵਰਗੇ ਚਰਨਾਂ ਦੀ ਕਥਾ ਤੋਂ ਉਹਨੂੰ ਚੰਗੀ ਨਹੀਂ ਲੱਗਦੀ, ਉਹਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਰੱਬ ਦੀਆਂ, ਤੇ ਉਹ ਫਿਰ ਕਿਸ ਤਰ੍ਹਾਂ ਦਾ ਹੈ? ਸ਼ੁਪਚ ਤੁਲ ਸਮਾਨ। ਇਹ ਜਿਹੜਾ ਸ਼ਬਦ ਹੈ ਸੁਪਚ, ਇਹ ਸੰਸਕ੍ਰਿਤ ਦਾ ਸ਼ਬਦ ਹੁੰਦਾ ਸੀ ਸ਼ਵ ਤੇ ਪਚ, ਸ਼ਵ ਤੇ ਪਚ। ਇਹਦਾ ਮਤਲਬ ਚੰਡਾਲ, ਜਿਹੜਾ ਕੁੱਤੇ ਵੀ ਮਾਰ ਕੇ ਉਹਨਾਂ ਨੂੰ ਰਿੰਨ ਲਵੇ ਖਾਣ ਵਾਸਤੇ, ਉਹਨੂੰ ਕਿਹਾ ਜਾਂਦਾ ਹੈ ਸ਼ੋਪਚ। ਇਹ ਸੱਸੇ ਦੀ ਸ਼ਾਸ ਹੁਣ ਜਿਹੜੀ ਹੈ ਸੰਸਕ੍ਰਿਤ ਦੇ ਸ਼ਬਦ ਸ਼ਵ ਪਚ ਤੋਂ ਆਉਂਦੀ ਹੈ। ਸੋ ਤੁਲ ਦਾ ਮਤਲਬ ਬਰਾਬਰ, ਸਮਾਨ ਦਾ ਮਤਲਬ ਬਰਾਬਰ ਹੈ। ਤਾਂ ਉਹ ਕਿਹਦੇ ਵਰਗਾ ਆ? ਉਹ ਬ੍ਰਾਹਮਣ ਫਿਰ ਉਸ ਦੇ ਵਰਗਾ ਹੈ ਜਿਹੜਾ ਬੰਦਾ ਕੁੱਤੇ ਵੀ ਮਾਰ ਕੇ ਖਾ ਜਾਵੇ, ਇਹ ਉਹਦੇ ਬਰਾਬਰ ਉਸ ਨਾਲ ਤੁਲਨਾ ਕੀਤੀ ਹੈ ਗੁਰੂ ਰਵਿਦਾਸ ਜੀ ਨੇ ਉਸ ਬੰਦੇ ਦੀ, ਜਿਹੜਾ ਉੱਚੀ ਕੁਲ ਦਾ ਆਪਣੇ ਆਪ ਨੂੰ ਕਹਾਉਂਦਾ ਹੈ, 6 ਕਰਮ ਵੀ ਕਰਦਾ ਹੈ ਮਨੁ ਸਿਮਰਤੀ ਵਾਲੇ, ਤੇ ਜੇ ਉਹਦੇ ਕੋਲ ਭਗਤੀ ਨਹੀਂ ਹੈ, ਰੱਬੀ ਪ੍ਰੇਮ ਨਹੀਂ ਹੈ, ਤਾਂ ਉਸ ਨੂੰ ਫਿਰ ਇੱਥੇ ਕਿਸ ਬੰਦੇ ਨਾਲ ਤੁਲਨਾ ਦਿੱਤੀ ਗਈ ਹੈ? ਉਸ ਬੰਦੇ ਨਾਲ ਜਿਹੜਾ ਕੁੱਤੇ ਵੀ ਮਾਰ ਕੇ ਖਾ ਜਾਂਦਾ ਹੋਵੇ। ਰੇ ਚਿਤ ਚੇਤੀ ਚੇਤ ਅਚੇਤ, ਹੇ ਮੇਰੇ ਮਨ, ਹੇ ਮੇਰੇ ਚਿੱਤ, ਅਚੇਤ ਮਨ, ਅਚੇਤ, ਅਚੇਤ ਮਤਲਬ ਗਾਫਲ, ਇਹ ਮੇਰੇ ਗਾਫਲ ਲਾਪਰਵਾਹ ਮਨ, ਚੇਤ ਉਸ ਨੂੰ ਯਾਦ ਕਰ, ਪ੍ਰਭੂ ਨੂੰ ਚੇਤੇ ਕਰ, ਉਸ ਨੂੰ ਚੇਤੇ ਰੱਖਿਆ ਕਰ, ਗਾਫਲ ਮਨਾ। ਕਾਹੇ ਨਾ ਬਾਲਮੀਕ ਕਹਿ ਦੇਖ, ਤੂੰ ਉਸ ਬਾਲਮੀਕ ਵੱਲ ਕਿਉਂ ਨਹੀਂ ਦੇਖ ਰਿਹਾ? ਕਿਸ ਜ਼ਾਤ ਤੇ ਕਿਹ ਪਦ ਹੈ ਅਮਰਿਓ, ਕਿਸ ਤਰ੍ਹਾਂ ਦੀ ਲੋਕਾਂ ਵੱਲੋਂ ਉਸ ਦੀ ਜ਼ਾਤ ਮਿੱਥੀ ਗਈ ਸੀ, ਤਾਂ ਉਹ ਕਿਹ ਪਦ ਹੈ ਅਮਰਿਓ, ਤੇ ਉਹ ਕਿਹੜੇ ਦਰਜੇ ਉੱਤੇ, ਕਿਹੜੇ ਪਦ ਉੱਤੇ ਅਪੜ ਗਿਆ? ਰਾਮ ਭਗਤੀ ਵਿਸ਼ੇਖ, ਰਾਮ ਭਗਤੀ ਦੀ ਵਡਿਆਈ ਕਾਰਨ, ਪ੍ਰਭੂ ਦੀ ਵਡਿਆਈ ਕਾਰਨ ਉਹ ਕਿਹੜੇ ਦਰਜੇ ਤੇ ਅਪੜ ਗਿਆ? ਤੂੰ ਉਸ ਬਾਲਮੀਕ ਵੱਲ ਦੇਖ ਜਿਹਨੂੰ ਲੋਕ ਮਾੜਾ ਕਹਿੰਦੇ ਸੀ, ਤੇ ਉਹ ਪ੍ਰਭੂ ਦੀ ਭਗਤੀ ਨਾਲ ਉਹਨੂੰ ਕਿਹੜਾ ਦਰਜਾ ਮਿਲ ਗਿਆ, ਉਹਨੂੰ ਉਹਦੇ ਵੱਲ ਦੇਖ, ਤੇ ਦੇਖ ਕੇ ਤੂੰ ਵੀ ਯਾਦ ਕਰਨਾ ਸ਼ੁਰੂ ਕਰ ਰਹਾ। ਸ਼ਵਾਨ ਸ਼ਤਰੂ ਅਜਾਤ, ਸਭ ਤੇ ਕ੍ਰਿਸ਼ਨ ਲਾਵੈ ਹੇਤ। ਉਹ ਜਿਹੜਾ ਬਾਲਮੀਕ ਸੀ, ਉਹਦੀ ਉਦਾਹਰਨ ਦਿੱਤੀ ਹੈ, ਇਹ ਕੁੱਤਿਆਂ ਦਾ ਵੈਰੀ ਸੀ। ਇਹ ਵਾਲਮੀਕ ਉਹ ਨਹੀਂ ਜਿਸ ਨੇ ਰਾਮਾਇਣ ਲਿਖੀ ਹੈ, ਇਹ ਹੋਰ ਹੈ। ਕੁੱਤੇ ਵੀ ਮਾਰ ਕੇ ਖਾ ਜਾਣ ਵਾਲਾ ਬੰਦਾ, ਇਹ ਸਭ ਸ਼ਵਾਨ ਸ਼ਤਰੂ ਮਤਲਬ ਕੁੱਤਿਆਂ ਦਾ ਵੈਰੀ। ਸ਼ਵਾਨ ਦਾ ਮਤਲਬ ਕੁੱਤਾ ਹੁੰਦਾ ਨਾ, ਸ਼ਵਾਨ ਸੰਸਕ੍ਰਿਤ ਦਾ ਵਰਡ ਹੈ ਸ਼ਵਾਨ, ਉੱਥੋਂ ਬਣਿਆ ਸ਼ਵਾਨ। ਸ਼ਵਾਨ ਸ਼ਤਰੂ, ਕੁੱਤਿਆਂ ਦਾ ਵੈਰੀ। ਅਜਾਤ, ਜਿਹਨੂੰ ਲੋਕ ਚੰਡਾਲ ਕਹਿੰਦੇ ਸੀ, ਮਾੜੀ ਜਾਤ ਵਾਲਾ। ਸਭ ਤੇ ਕ੍ਰਿਸ਼ਨ ਲਾਵੈ ਹੇਤ, ਪਰ ਉਸਨੇ ਪ੍ਰਭੂ ਨਾਲ ਪਿਆਰ ਕੀਤਾ। ਕ੍ਰਿਸ਼ਨ ਦਾ ਮਤਲਬ ਇੱਥੇ ਹੈ ਪ੍ਰਭੂ, ਇਹਦਾ ਮਤਲਬ ਗੋਪੀਆਂ ਵਾਲਾ ਕ੍ਰਿਸ਼ਨ ਨਹੀਂ ਹੈ, ਜਿਵੇਂ ਮਾਧਵੇ, ਦੇਵ, ਮਾਧਵ, ਰਮਈਆ, ਉਸ ਤਰ੍ਹਾਂ ਹੀ ਇੱਥੇ ਸ਼ਬਦ ਕ੍ਰਿਸ਼ਨ ਜਿਹੜਾ ਹੈ, ਇਹਦੇ ਬਹੁਤ ਸਾਰੇ ਮੀਨਿੰਗ ਹੁੰਦੇ ਆ। ਇੱਥੇ ਕ੍ਰਿਸ਼ਨ ਦਾ ਮੀਨਿੰਗ ਹੈਗਾ ਅਕਾਲ ਪੁਰਖ, ਰੱਬ। ਉਸ ਨਾਲ ਉਹ ਸਭ ਨਾਲੋਂ ਵੱਧ ਉਹਨੇ ਉਸ ਨੂੰ ਪਿਆਰ ਕੀਤਾ।
ਰੱਬ ਨਾਲ ਆਪਣਾ ਪ੍ਰੇਮ ਲਾ ਲਿਆ, ਹੇਤੂ ਨੇ ਪ੍ਰੇਮ। ਲੋਗ ਬਪੁਰਾ ਕਿਆ ਸਰਾ ਹੈ, ਤੇ ਉਹ ਫਿਰ ਪਿਆਰ ਕਰਨ ਦਾ ਸਦਕਾ ਕੀ ਹੋਇਆ, ਇਹ ਜਿਹੜਾ ਬਪਰਾ ਵਿਚਾਰਾ ਸੰਸਾਰ, ਇਹ ਜਗਤ, ਇਹ ਉਹਦੀ ਕੀ ਵਡੇਅ ਕਰ ਸਕਦਾ ਹੈ। ਤੀਨ ਲੋਕ ਪਰਵੇਸ਼, ਤੇ ਉਹਦੀ ਸ਼ੋਭਾ ਜਿਹੜੀ ਇੰਨੀ ਵਧੀ ਕਿ ਸਮਝ ਲਓ ਤਿੰਨਾਂ ਲੋਕਾਂ ਵਿੱਚ ਹੀ ਉਹ ਫੈਲ ਗਈ। ਅਜਾ ਮਲ ਪਿੰਗਲਾ, ਅਜਾ ਮਲ ਪਿੰਗਲਾ ਲੁਭ ਤੁਕੁੰਚਰ, ਗਏ ਹਰਿ ਕੈ ਪਾਸੇ। ਤੋ ਅਜਾ ਮਲ ਉਦਾਹਰਨਾਂ ਦਿੱਤੀਆਂ ਹਨ, ਕਿਹੜੇ ਕਿਹੜੇ ਲੋਕ ਸਨ ਜਿਹੜੇ ਪਹਿਲਾਂ ਨੀਚ ਕਰਮ ਕਰਦੇ ਸਨ, ਪਰ ਜਦੋਂ ਉਹਨਾਂ ਦੀ ਸੁਰਤੀ ਰੱਬ ਨਾਲ ਜੁੜੀ, ਜਦੋਂ ਉਹਨਾਂ ਦਾ ਪਾਸਾ ਪਲਟਿਆ, ਮਨ ਉਹਨਾਂ ਦਾ ਜਿਹੜਾ ਪਲਟਿਆ ਰੱਬ ਵੱਲ ਨੂੰ ਹੋਇਆ, ਤਾਂ ਉਹ ਅਜਾਮਲ ਸੀ, ਚਾਹੇ ਉਹ ਪਿੰਗਲਾ ਵੇਸ਼ਵਾ ਸੀ, ਚਾਹੇ ਉਹ ਲੁਭਤ ਇੱਕ ਸ਼ਿਕਾਰੀ ਸੀ, ਤੇ ਕੁੰਚਰ ਇਹ ਹਾਥੀ ਸੀ। ਗਏ ਹਰਿ ਕੈ ਪਾਸੇ, ਤੋ ਇਹਨਾਂ ਦਾ ਛੁਟਕਾਰਾ ਹੋ ਗਿਆ। ਅੰਤ ਸਮੇਂ ਇਹ ਜਿਹੜੇ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਗਏ, ਰੱਬ ਦੀ ਬੰਦੀ ਕਰਕੇ ਨਿਕਲ ਗਏ। ਭਾਵੇਂ ਇਹਨਾਂ ਦੇ ਕਰਮ ਪਹਿਲਾਂ ਮਾੜੇ ਸਨ, ਪਰ ਉਹਨਾਂ ਵੱਲੋਂ ਹਟ ਕੇ ਰੱਬ ਦੀ ਬੰਦਗੀ ਵਿੱਚ ਇਹ ਜੁਟ ਗਏ। ਐਸੇ ਦੁਰਮਤ ਨਿਸਤਰੇ, ਤੋ ਇੱਦਾਂ ਦੇ ਜਿਹੜੇ ਖੋਟੀ ਮੱਤ ਵਾਲੇ ਸਨ, ਭੈੜੀ ਮੱਤ ਵਾਲੇ ਸਨ, ਉਹ ਤਰ ਗਏ, ਭਾਵ ਮੋਹ ਮਾਇਆ ਦੇ ਚੱਕਰ ਚੋਂ, ਜਾਲ ਚੋਂ ਉਹ ਨਿਕਲ ਗਏ। ਜਿਹੜੇ ਕੰਮ ਪਹਿਲਾਂ ਭੈੜੇ ਕਰਦੇ ਸਨ ਉਹਨਾਂ ਨੇ ਉਹ ਛੱਡ ਦਿੱਤੇ। ਤੂੰ ਕਿਉਂ ਨਾ ਤਰੈ ਰਵਿਦਾਸ, ਤੋ ਰਵਿਦਾਸ ਸ਼ਬਦ ਇਸ ਸੰਬੋਧਨ ਕਾਰਨ ਵਿੱਚ ਹੈ। ਹੇ ਰਵਿਦਾਸ, ਆਖ ਵੀ ਤੂੰ ਕਿਉਂ ਨਹੀਂ ਪਾਰ ਲੰਘੇਗਾ, ਤੂੰ ਕਿਉਂ ਨਹੀਂ ਪਾਰ ਲੰਘ ਸਕਦਾ, ਭਾਵ ਤੂੰ ਕਿਉਂ ਨਹੀਂ ਮੋਹ ਮਾਇਆ ਤੋਂ ਨਿਰਲੇਪ ਰਹਿ ਸਕਦਾ। ਜਦੋਂ ਇੱਦਾਂ ਦੇ ਭੈੜੇ ਕਰਮਾਂ ਕਰਨ ਵਾਲੇ ਜਿਹੜੇ ਸੀ ਉਹ ਰੱਬ ਨਾਲ ਜੁੜ ਕੇ ਮੋਹ ਮਾਇਆ ਚੋਂ ਖਲਾਸੀ ਪ੍ਰਾਪਤ ਕਰ ਗਏ, ਤੂੰ ਵੀ ਕਰ ਸਕਦਾ ਹੈ। ਤੇ ਇੱਥੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਭੈੜੇ ਕਰਮ ਕਰਨੇ ਛੱਡ ਕੇ ਬੰਦਾ ਜਦੋਂ ਗੁਰੂ ਨਾਲ ਜੁੜਦਾ ਹੈ, ਗੁਰੂ ਪਰਮੇਸ਼ਰ ਦੀ ਬਾਣੀ ਨਾਲ ਜੁੜਦਾ ਹੈ, ਤਾਂ ਉਹ ਭੈੜੇ ਕਰਮ ਛੱਡ ਕੇ ਚੰਗੇ ਰਸਤੇ ਪੈ ਜਾਂਦਾ ਹੈ ਤੇ ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਅਗਲਾ ਸ਼ਬਦ ਜਿਹੜਾ ਹੈ 1167 ਪੰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੋ ਇਹਦੇ ਵਿੱਚ ਹੈ ਰਾਗ ਭੈਰੋਂ ਸ਼ੁਰੂ ਹੋ ਰਿਹਾ, ਭੈਰੋਂ ਰਾਗ ਦਾ ਨਾਂ ਹੈ। ਤੋ ਪਹਿਲਾਂ ਮੰਗਲ ਪੜ੍ਹਦੇ ਹਾਂ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ, ਤੋ ਗੁਰੂ ਦੀ ਕਿਰਪਾ ਨਾਲ ਜੋ ਇੱਕ ਓੰਕਾਰ ਹੈ, ਜੋ ਸਤ ਹੈ, ਉਹ ਗੁਰੂ ਦੀ ਕਿਰਪਾ ਨਾਲ ਪੱਲੇ ਪੈਂਦਾ। ਗੁਰੂ ਦੀ ਕਿਰਪਾ ਨਾਲ ਉਸ ਨਾਲ ਜਾਣ ਪਛਾਣ ਹੁੰਦੀ ਹੈ, ਗੁਰੂ ਦੀ ਕਿਰਪਾ ਨਾਲ ਉਸ ਬਾਰੇ ਸੂਝੀ ਆਉਂਦੀ ਹੈ, ਗੁਰੂ ਦੀ ਕਿਰਪਾ ਨਾਲ ਹੀ ਉਸ ਨਾਲ ਪਿਆਰ ਬਣਦਾ ਹੈ। ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਗੁਰਬਾਣੀ ਪੜ੍ਹ ਕੇ, ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਕੇ, ਗੁਰੂ ਦੀ ਮੱਤ ਲੈ ਕੇ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਕਿਉਂਕਿ ਗੁਰੂ ਦੀ ਕਿਰਪਾ ਗੁਰਬਾਣੀ ਵਿੱਚ ਹੈ। ਗੁਰਬਾਣੀ ਜਿਹੜੀ ਹੈ ਇਹ ਧੁਰੋਂ ਮਿਲੀ ਹੈ, ਇਹ ਧੁਰ ਦੀ ਬਾਣੀ ਆ, ਇਹ ਪਰਮਾਤਮਾ ਪਰਮੇਸ਼ਰ ਵੱਲੋਂ ਹੋਇਆ ਇਹ ਜਿਹੜਾ ਫਰਮਾਨ ਹੈ, ਜੋ ਫੁਰਿਆ ਹੈ ਮਹਾਂਪੁਰਖਾਂ ਨੂੰ, ਉਹਨਾਂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੈ। ਭੈਰੋਂ ਬਾਣੀ ਰਵਿਦਾਸ ਜੀਓ ਕੀ ਘਾਰੂ ਦੂਜਾ, ਬਿਨ ਦੇਖੇ ਉਪਜੈ ਨਹੀਂ ਆਸ਼ਾ। ਤੈਨੂੰ ਆਸਾ ਹੀ ਲੋਕ ਪੜ੍ਹਦੇ ਹਨ ਤੇ ਆਸ਼ਾ ਵੀ ਕਹਿੰਦੇ ਨੇ। ਆਸ਼ਾ ਸ਼ਬਦ ਜਿਹੜਾ ਹੈ ਉਹ ਸ਼ਾਹ ਸੁਣਨ ਨਾਲ ਅਸਲ ਵਿੱਚ ਹੁੰਦਾ ਹੈ, ਪਰ ਇਹ ਪ੍ਰਚਲਿਤ ਜਿਹੜਾ ਬਹੁਤਾ ਜਿਹੜਾ ਹੈ ਆਸਾ ਹੋ ਚੁੱਕਾ। ਸੋ ਬਿਨ ਦੇਖੇ ਉਪਜਦਾ ਮਤਲਬ ਹੈ ਪੈਦਾ ਹੋਣਾ। ਸੋ ਜੋ ਪ੍ਰਭੂ ਪਾਤਸ਼ਾਹ ਹੈ ਜਾਂ ਕੋਈ ਵੀ ਵਸਤੂ ਹੈ, ਉਸ ਨੂੰ ਦੇਖਣ ਤੋਂ ਬਿਨਾਂ, ਬਿਨ ਦੇਖੇ ਉਪਜੈ ਨਹੀਂ ਆਸਾ। ਮਨ ਵਿੱਚ ਤਾਂਘ, ਇੱਥੇ ਆਸਾ ਮਤਲਬ ਹੈ ਤਾਂਘ। ਸੋ ਮਨ ਵਿੱਚ ਤਾਂਘ ਪੈਦਾ ਨਹੀਂ ਹੁੰਦੀ ਜੇ ਕਿਸੇ ਚੀਜ਼ ਨੂੰ ਦੇਖੀਏ ਨਾ, ਤਾਂ ਉਸ ਪ੍ਰਤੀ ਤਾਂਘ ਨਹੀਂ ਪੈਦਾ ਹੁੰਦੀ ਵੀ ਉਹ ਕਿਸ ਤਰ੍ਹਾਂ ਦੀ ਹੈ।
ਪਰ ਜਿਹੜਾ ਮਾਲਕ ਪਰਮਾਤਮਾ ਪ੍ਰਭੂ ਹੈ, ਉਹਦੇ ਜਿਹੜੇ ਚਰਨ ਤਾਂ ਬੜੇ ਸੋਹਣੇ ਹਨ, ਕਮਲ ਦੇ ਫੁੱਲ ਵਰਗੇ ਹਨ, ਪਰ ਉਹ ਇਹਨਾਂ ਅੱਖਾਂ ਨਾਲ ਦਿਸਦੇ ਨਹੀਂ। ਇਹ ਅੱਖਾਂ ਦੇਖ ਨਹੀਂ ਸਕਦੀਆਂ। ਕਾਰਨ ਕਿਉਂਕਿ ਉਹ ਇੱਕ ਸ਼ਕਤੀ ਹੈ, ਉਹ ਕੋਈ ਵਿਅਕਤੀ ਨਹੀਂ। ਸਾਡੇ ਵਰਗੇ ਪੈਰ ਉਸਦੇ ਨਹੀਂ ਹਨ। ਤੇ ਇਸ ਕਰਕੇ ਇੱਥੇ ਗੱਲ ਕੀਤੀ ਹੈ ਕਿ ਜੇ ਕਿਸੇ ਨੂੰ ਦੇਖੀਏ ਨਾ ਤਾਂ ਉਸ ਪ੍ਰਤੀ ਤਾਂਘ ਪੈਦਾ ਨਹੀਂ ਹੁੰਦੀ। ਪਰ ਰੱਬ ਨੂੰ ਤਾਂ ਦੇਖਿਆ ਨਹੀਂ ਜਾ ਸਕਦਾ, ਫਿਰ ਰੱਬ ਨਾਲ ਤਾਂਘ ਕਿੱਦਾਂ ਪੈਦਾ ਹੋਵੇ? ਰੱਬ ਨਾਲ ਤਾਂਘ ਜਿਹੜੀ ਆ ਉਹ ਬਾਣੀ ਰਾਹੀਂ ਪੈਦਾ ਹੁੰਦੀ ਹੈ, ਗੁਰਬਾਣੀ ਰਾਹੀਂ ਪੈਦਾ ਹੁੰਦੀ ਹੈ, ਜਿਹੜੀ ਸਾਡੇ ਕੋਲ ਹੈ, ਜਿਸ ਨੂੰ ਦੇਖ ਸਕਦੇ ਹਾਂ, ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ। ਜੋ ਦਿਸੈ ਸੋ ਹੋਏ ਬਿਨਾਸ਼ਾ। तो जो भी संसार ते दिस रहा है, रब दे चरण क्यों नहीं दिसते? क्योंकि वो अविनाशी हैं। जो दिस रहा संसार विच वो नाश होने वाला, जो भी व्यक्ति दिस रहा है, जिस बंदे दे पैर दिस रहे हैं, वो बंदा सदा कायम रहने वाला नहीं है। जो दिसै सो होए विनाशा। तो जे रब दे चरण दिसदे नहीं तो मतलब रब अविनाशी है। सो जो दिसै सो होए विनाशा। तो जो भी दिस रहा है उसका एक दिन नाश हो जाना है। वर्ण साहित जो जापै नाम। वर्ण साहित, वर्ण शब्द जिहड़ा है इसका की अर्थ बनता है? एक वर्णमाला हुंदी है, वर्ण विच उत्थे वर्ण जिहड़े उन्हां नूं अखर कहा जाता है, अखर। ते इत्थे वर्ण का मतलब है प्रभु दे जिहड़े गुण हैं उन्हां नूं वर्णन करना, यानी सिफत सलाह करनी। वर्ण सहित, सहित माने समेत। सो जो प्रभु दे गुण है उन्हां नूं गाउण नाल, उन्हां नूं गाउंदियां गाउंदियां जो उसका नाम जपदा है, सो जोगी केवल निहकाम। तो ਉਹੀ ਸਿਰਫ ਅਸਲ ਵਿੱਚ ਜੋਗੀ ਹੈ ਅਤੇ ਉਹ ਫਿਰ ਇਸ ਤਰ੍ਹਾਂ ਜਪਦਾ ਜਪਦਾ ਨਿਹਕਾਮ ਹੋ ਜਾਂਦਾ ਹੈ। ਨਿਹਕਾਮ ਦਾ ਮਤਲਬ ਹੈ ਤ੍ਰਿਸ਼ਨਾ ਰਹਿਤ, ਵਾਸ਼ਨਾ ਰਹਿਤ, ਕਾਮਾਂ ਰਹਿਤ, ਭਾਵ ਮੋਹ ਮਾਇਆ ਤੋਂ ਉੱਚਾ ਉੱਠ ਜਾਂਦਾ ਹੈ। ਪਰਚੈ ਰਾਮ ਰਵੈ ਜੋ ਕੋਈ। ਸੋ ਪਰਚੈ, ਪਰਚੇ ਦਾ ਮਤਲਬ ਹੈ ਗਿੱਝ ਜਾਣਾ, ਭੈੜੇ ਕੰਮਾਂ ਵੱਲੋਂ ਹਟ ਜਾਣਾ। ਜਿਹੜਾ ਮਨ ਦਾ ਅਮੋੜਪੁਣਾ ਹੈ ਉਸ ਵੱਲੋਂ ਹਟ ਜਾਣਾ। ਪਰਚੈ, ਉਹ ਤੋਂ ਹਟ ਕੇ ਰਾਮ ਰਵੈ ਜੋ ਕੋਈ। ਸੋ ਭੈੜੇ ਕੰਮਾਂ ਵੱਲੋਂ ਹਟ ਕੇ, ਅਮੋੜਪੁਣੇ ਵੱਲੋਂ ਹਟ ਕੇ, ਮੋਹ ਮਾਇਆ ਵਿੱਚੋਂ ਨਿਕਲ ਕੇ ਰਾਮ ਰਵੈ ਜੋ ਕੋਈ, ਜਿਹੜਾ ਵੀ ਉਸ ਮਾਲਕ ਨੂੰ ਰਵੈ ਮੈਨੇ ਯਾਦ ਕਰਦਾ ਹੈ, ਚੇਤੇ ਕਰਦਾ ਹੈ, ਤਾਂ ਫਿਰ ਉਹਦਾ ਮਨ ਜਿਹੜਾ ਉਹ ਪ੍ਰਭੂ ਵਿੱਚ ਹੀ ਪਰਚ ਜਾਂਦਾ ਹੈ। ਬਾਕੀਆਂ ਵਾਲੇ ਪਾਸਿਓਂ ਹਟ ਕੇ ਪ੍ਰਭੂ ਵਿੱਚ ਹੀ ਪਰਚ ਜਾਂਦਾ ਹੈ। ਪਾਰਸ਼ ਪਰਸ਼ੈ ਦੁਬਿਧਾ ਨਾ ਹੋਈ। ਤੇ ਪਾਰਸ਼ ਦਾ ਮਤਲਬ ਹੈ ਵਧੀਆ ਵਸਤੂ, ਜਿਸ ਨਾਲ ਲੋਹਾ ਲੱਗ ਕੇ ਕਹਿੰਦੇ ਸੋਨਾ ਹੋ ਜਾਂਦਾ। ਇਹ ਜਾਣੀ ਗੱਲਾਂ ਚੱਲੀਆਂ ਹੋਈਆਂ ਇਸ ਤਰ੍ਹਾਂ ਹੀ। ਤੋ ਇੱਥੇ ਪਾਰਸ਼ ਜਿਹੜਾ ਹੈ ਉਹ ਅਕਾਲ ਪੁਰਖ ਪ੍ਰਭੂ ਨੂੰ ਕਿਹਾ ਗਿਆ ਹੈ। ਪਾਰਸ਼ ਪਰਸ਼ ਹੈ ਜੋ ਪ੍ਰਭੂ, ਪਾਰਸ਼ ਪ੍ਰਭੂ ਨੂੰ ਛੂੰਹਦਾ ਹੈ, ਉਹ ਮੰਨ ਲਓ ਸੋਨਾ ਹੋ ਜਾਂਦਾ ਹੈ ਮਨ ਨੂੰ। ਪਾਰਸ਼ ਪਰਸ਼ ਹੈ ਦੁਬਿਧਾ ਨਾ ਹੋਈ। तो ਉਹਦੀ ਦੁਬਿਧਾ ਮੁੱਕ ਜਾਂਦੀ ਹੈ, ਮੇਰ ਤੇਰ ਮੁੱਕ ਜਾਂਦੀ ਹੈ, ਆ ਮੇਰਾ ਹੈ, ਆ ਤੇਰਾ ਹੈ, ਹੰਕਾਰ ਮੁੱਕ ਜਾਂਦਾ ਹੈ। ਤੋ ਪ੍ਰਭੂ ਨੂੰ ਪਾਰਸ਼ ਕਿਹਾ ਗਿਆ ਹੈ। ਇਸ ਦਾ ਮਤਲਬ ਪ੍ਰਭੂ ਦੀ ਜਿਹੜੀ ਬਾਣੀ ਆ, ਮਹਾਂਪੁਰਖਾਂ ਨੂੰ ਬਖਸ਼ਿਸ਼ ਹੋਈ ਹੈ, ਉਹ ਬਾਣੀ ਪਾਰਸ਼ ਦਾ ਕੰਮ ਕਰਦੀ ਹੈ। ਉਹ ਪਾਰਸ਼ ਦਾ ਕੰਮ ਕਰਦੀ ਹੈ। ਕਿੱਦਾਂ ਕਰਦੀ ਹੈ? ਉਸ ਨੂੰ ਪੜ੍ਹਨਾ, ਉਸ ਦਾ ਕੀਰਤਨ ਕਰਨਾ, ਉਸ ਨੂੰ ਸੁਣਨਾ, ਉਸ ਦੀ ਵਿਚਾਰ ਕਰਨੀ। ਇਹਦੇ ਨਾਲ ਬੰਦੇ ਦਾ ਮਨ ਜਿਹੜਾ ਹੈ ਉਹ ਫਿਰ ਸੋਨੇ ਵਰਗਾ ਬਣਦਾ ਹੈ, ਲੋਹੇ ਤੋਂ ਸੋਨੇ ਵਰਗਾ ਬਣਦਾ, ਕਿਉਂਕਿ
ਬੰਦੇ ਦੇ ਵਿਚਾਰ ਬਦਲਣ ਲਈ ਬਾਣੀ ਹੈ। ਤੋ ਬਾਣੀ ਇਹ ਪਾਰਸ ਦਾ ਕੰਮ ਕਰਦੀ ਹੈ। ਰਹਾਉ ਸੋ ਮੁਨੀ ਮਨ ਕੀ ਦੁਬਿਧਾ ਖਾਇ। ਤੋ ਮੁਨੀ ਕੌਣ ਹੈ? ਅਸਲ ਵਿੱਚ ਰਿਸ਼ੀ ਕੌਣ ਹੈ? ਜਿਹੜਾ ਮਨ ਕੀ ਦੁਬਿਧਾ ਖਾਏ, ਜਿਹੜਾ ਮਨ ਦੀ ਮੇਰ ਤੇਰ, ਮਨ ਦੀ ਦੁਬਿਧਾ ਨੂੰ ਮਿਟਾ ਦਿੰਦਾ ਹੈ। ਮਨ ਦੀ ਦੁਬਿਧਾ ਕੀ ਹੈ? ਦੇਵੀ ਦੇ ਜਾਵਾਂ ਕਿ ਨਾ ਜਾਵਾਂ, ਤੀਰਥਾਂ ਤੇ ਜਾਵਾਂ ਕਿ ਨਾ ਜਾਵਾਂ, ਇਹ ਦੁਬਿਧਾ ਹੈ। ਸੋ ਇਹ ਦੁਬਿਧਾ ਜਿਹੜੀ ਹੈ ਬਾਣੀ ਨਾਲ ਮਿਟਦੀ ਹੈ। ਅਸਲ ਰਿਸ਼ੀ ਉਹ ਹੈ ਜਿਹੜਾ ਬਾਣੀ ਦੀ ਬਰਕਤ ਨਾਲ ਮਨ ਦੀ ਮੇਰ ਤੇਰ ਜਿਹੜੀ ਉਸ ਨੂੰ ਮਿਟਾ ਦਿੰਦਾ ਹੈ। ਬਿਨ ਦੁਆਰੇ ਤ੍ਰੈ ਲੋਕ ਸਮਾਇ। ਤੇ ਉਸ ਮਾਲਕ ਵਿੱਚ ਸਮਾਇਆ ਰਹਿੰਦਾ ਹੈ। ਤ੍ਰੈ ਲੋਕ ਸਮਾਏ, ਜਿਹੜਾ ਤਿੰਨਾਂ ਲੋਕਾਂ ਵਿੱਚ ਵਸ ਰਿਹਾ ਹੈ, ਹਰ ਥਾਂ ਜਿਹੜਾ ਮੌਜੂਦ ਹੈ, ਜਿਹਦਾ ਕੋਈ ਸਰੀਰ ਨਹੀਂ ਹੈ, ਉਹ ਫਿਰ ਉਹਦੇ ਵਿੱਚ ਸਮਾਇਆ ਲੀਨ ਹੋਇਆ ਰਹਿੰਦਾ ਹੈ। ਮਨ ਕਾ ਸੁਭਾਵ ਸਭ ਕੋਈ ਕਰੈ। ਤੋ ਸੰਸਾਰ ਐਸਾ ਹੈ ਜਿਸ ਵਿੱਚ ਹਰ ਕੋਈ ਬੰਦਾ ਆਪਣੇ ਮਨ ਦੇ ਸੁਭਾਅ ਅਨੁਸਾਰ ਚੱਲਦਾ ਹੈ। ਹਰੇਕ ਬੰਦਾ ਜਿਹੜਾ ਉਹ ਆਪਣੇ ਮਨ ਦਾ ਜਿਹੜਾ ਸੁਭਾਅ ਹੈ ਉਹਦੇ ਮੁਤਾਬਕ ਹੀ ਕਾਰਜ ਕਰਦਾ ਹੈ, ਉਹਦੇ ਮੁਤਾਬਕ ਹੀ ਚੱਲਦਾ ਹੈ। ਕਰਤਾ ਹੋਇ ਸੋ ਅਨੁਭੈ ਰਹੈ। ਸੋ ਕਰਤਾ ਹੋਏ ਜੋ ਨਾਮ ਦੀ ਬਰਕਤ ਹੈ, ਇਹਦੇ ਨਾਲ ਫਿਰ ਉਹ ਜਿਹੜਾ ਕਰਤਾ ਹੋਏ ਕਰਤਾਰ ਦਾ ਰੂਪ ਹੋ ਜਾਂਦਾ ਹੈ ਨਾਮ ਦੀ ਬਰਕਤ ਨਾਲ। ਫਿਰ ਉਹ ਆਪਣੇ ਮਨ ਦੇ ਪਿੱਛੇ ਨਹੀਂ ਤੁਰਦਾ। ਕਰਤਾ ਹੋਏ ਸੋ ਅਨਭੈ ਰਹਿ। ਅਨਭੈ ਦਾ ਮਤਲਬ ਹੈ ਭੈ ਤੋਂ ਬਿਨਾਂ। ਕਰਤਾ ਹੋਏ ਦਾ ਮਤਲਬ ਹੈ ਕਰਤਾਰ ਦਾ ਰੂਪ ਹੋ ਜਾਂਦਾ ਹੈ। ਕਰਤਾ ਹੋਏ ਸੋ ਅਨਭੈ ਰਹਿ। ਤੋ ਸਿਮਰਨ ਦੀ ਬਰਕਤ ਨਾਲ ਬੰਦਾ ਫਿਰ ਆਪਣੇ ਮਨ ਦਾ ਸੁਭਾਅ ਛੱਡ ਦਿੰਦਾ ਹੈ। ਬਾਣੀ ਦੀ ਕਿਰਪਾ ਨਾਲ ਬੰਦਾ ਆਪਣਾ ਮਨ ਦਾ ਸੁਭਾਅ ਛੱਡ ਦਿੰਦਾ ਹੈ। ਮਨ ਦਾ ਸੁਭਾਅ ਮਤਲਬ ਮਨ ਦੇ ਪਿੱਛੇ ਤੁਰਨ ਦਾ ਸੁਭਾਅ। ਮਨ ਦੇ ਪਿੱਛੇ ਮਨ ਜਿਹੜਾ ਹੈ ਉਹ ਬੰਦੇ ਨੂੰ ਬਹੁਤ ਪਾਸੇ ਭਟਕਾਉਂਦਾ ਹੈ। ਇਹਦੇ ਵੱਲੋਂ ਫਿਰ ਬੰਦਾ ਜਿਹੜਾ ਉਹ ਹਟ ਜਾਂਦਾ ਹੈ। ਹਟ ਕੇ ਫਿਰ ਉਹ ਕਰਤਾ ਹੋਏ ਮਤਲਬ ਕਰਤਾਰ ਰੂਪ ਹੋ ਜਾਂਦਾ ਹੈ। ਇਹਦਾ ਮਤਲਬ ਉਹਦੇ ਵਿੱਚ ਰੱਬੀ ਗੁਣ ਆ ਜਾਂਦੇ ਹਨ, ਪ੍ਰਵੇਸ਼ ਕਰ ਜਾਂਦੇ ਹਨ। ਅਤੇ ਅਨਭੈ ਹੋਏ ਅਤੇ ਉਹ ਨਿਰਭਉ ਹੋ ਜਾਂਦਾ ਹੈ। ਉਸ ਨੂੰ ਫਿਰ ਮੌਤ ਆਦਿਕ ਦਾ ਕੋਈ ਡਰ ਨਹੀਂ ਰਹਿੰਦਾ। ਫਲ ਕਾਰਨ ਫੂਲੀ ਬਨ ਰਾਇ। ਤੋ ਦੁਨੀਆ ਦੀ ਜਿੰਨੀ ਵੀ ਬਨਸਪਤੀ ਹੈ, ਬਨਰਾਈ ਹੈ, ਬਨਸਪਤੀ ਹੈ, ਉਹ ਫਲ ਦੇਣ ਦੀ ਖਾਤਰ ਜਿਹੜਾ ਖਿੜਦੀ ਹੈ। ਫਲ ਕਾਰਨ ਫਲ ਦੇਣ ਲਈ ਦੁਨੀਆ ਦੀ ਬਨਸਪਤੀ ਉੱਤੇ ਖੇੜਾ ਆਉਂਦਾ ਹੈ। ਫਲ ਲਾਗਾ ਤਬ ਫੂਲ ਬਿਲਾਏ। ਜਦੋਂ ਫਿਰ ਫਲ ਲੱਗ ਜਾਂਦਾ ਹੈ ਤਾਂ ਜਿਹੜਾ ਫੁੱਲ ਹੈ ਪਹਿਲਾਂ ਬਣਿਆ ਉਹ ਦੂਰ ਹੋ ਜਾਂਦਾ ਹੈ। ਗਿਆਨੈ ਕਾਰਨ ਕਰਮ ਅਭਿਆਸ। ਇਸ ਤਰ੍ਹਾਂ ਜਿਹੜੀ ਦੁਨੀਆ ਦੀ ਕਿਰਤਕਾਰ ਹੈ, ਉਹ ਰੋਜ਼ਾਨਾ ਕਿਰਤਕਾਰ ਦੁਨੀਆ ਦੀ ਉਹ ਗਿਆਨ ਦੀ ਖਾਤਰ ਹੈ, ਪ੍ਰਭੂ ਦੇ ਵਿੱਚ ਮਨ ਲਾਉਣ ਵਾਸਤੇ ਹੈ, ਉੱਚੇ ਜੀਵਨ ਵਾਸਤੇ ਹੈ। ਗਿਆਨੈ ਕਾਰਨ। ਗਿਆਨੈ ਕਾਰਨ ਦਾ ਮਤਲਬ ਪ੍ਰਭੂ ਨਾਲ ਚਿੱਤ ਜੋੜਨ ਲਈ, ਗਿਆਨ ਦੀ ਖਾਤਰ, ਗੁਰੂ ਪਰਮੇਸ਼ਰ ਦੀ ਬਾਣੀ ਨਾਲ ਜੁੜਨ ਦੀ ਖਾਤਰ, ਜੀਵਨ ਉੱਚਾ ਬਣਾਉਣ ਲਈ। ਕਰਮ ਅਭਿਆਸ। ਰੋਜ਼ਾਨਾ ਦੀ ਜਿਹੜੀ ਆ ਉਹ ਜਿਹੜੀ ਕਿਰਤਕਾਰ ਹੈ, ਕੰਮਕਾਰ ਹੈ, ਉਹ ਗਿਆਨ ਦੀ ਖਾਤਰ ਹੈ, ਆਪਣਾ ਜੀਵਨ ਉੱਚਾ ਕਰਨ ਵਾਸਤੇ। ਗਿਆਨ ਭਇਆ ਤਾਂ ਕਰਮ ਨਾਸ਼। ਤੇ ਜਦੋਂ ਫਿਰ ਉੱਚੇ ਜੀਵਨ ਵਾਲੀ ਜਿਹੜੀ ਸੋਝੀ ਆ ਜਾਂਦੀ ਹੈ ਤਾਂ ਫਿਰ ਇਸ ਅਵਸਥਾ ਵਿੱਚ ਪਹੁੰਚ ਕੇ ਬੰਦਾ ਜਿਹੜਾ ਹੈ ਕਰਮ ਨਾਸ਼ ਦਾ ਮਤਲਬ ਹੈ ਜੋ ਮੋਹ ਮਾਇਆ ਲਈ ਭਟਕਣਾ ਹੈ ਉਹ ਫਿਰ ਮੁੱਕ ਜਾਂਦੀ ਹੈ। ਕ੍ਰਿਤ ਕਾਰਨ ਦਾਦੇ ਮਥੈ ਸਿਆਨ।
ਸੋ ਇਹ ਸ਼ਬਦ ਹੈ ਘ੍ਰਿਤ। ਇਸ ਨੂੰ ਘਿਰਤ ਨਹੀਂ ਪੜ੍ਹਨਾ। ਘੱਗੇ ਦੀ ਸਿਆਰੀ ਘੱਗੇ ਨਾਲ ਨਹੀਂ ਲੱਗਣੀ, ਇਹ ਰਾਰੇ ਨਾਲ ਲੱਗਣੀ ਆ। ਘਰਿਤ ਘ੍ਰਿਤ। ਕ੍ਰਿਤ ਕਾਰਨ ਦਾਦੇ ਮਥੈ ਸਿਆਨ। ਤੋ ਸਿਆਣੀ ਇਸਤਰੀ ਜਿਹੜੀ ਹੈ ਉਹ ਘਿਓ ਕੱਢਣ ਵਾਸਤੇ ਕੀ ਕਰਦੀ ਹੈ? ਦਾਦੇ ਮਥੈ, ਮੱਥੇ ਮਤਲਬ ਹੈ ਰਿੜਕਦੀ ਹੈ। ਜਦੋਂ ਦੁੱਧ ਨੂੰ ਜਾਗ ਲਾਇਆ ਜਾਂਦਾ ਹੈ, ਉਹ 'ਚ ਮਧਾਣੀ ਪਾਈ ਜਾਂਦੀ ਹੈ, ਤੇ ਫਿਰ ਸਿਆਣੀ ਇਸਤਰੀ ਜਿਹੜੀ ਆ ਉਹ ਘਿਓ ਦੀ ਖਾਤਰ ਉਸ ਦਹੀਂ ਨੂੰ ਰਿੜਕਦੀ ਹੈ। ਜੀਵਨ ਮੁਕਤ ਸਦਾ ਨਿਰਵਾਨ। ਇਸੇ ਤਰ੍ਹਾਂ ਹੀ ਨਾਮ ਜਪਦਾ ਜਪਦਾ ਜੋ ਪ੍ਰਾਣੀ ਪ੍ਰਭੂ ਚਰਨਾਂ ਨਾਲ ਜੁੜਦਾ ਹੈ, ਗੁਰਬਾਣੀ ਨਾਲ ਜੁੜਦਾ ਹੈ, ਉਹ ਸਮਝਦਾ ਹੈ ਕਿ ਜੋ ਦੁਨੀਆ ਦਾ ਜੀਵਨ ਨਿਰਵਾਹ ਹੈ, ਕਿਰਤਕਾਰ ਹੈ, ਉਹ ਪ੍ਰਭੂ ਚਰਨਾਂ ਵਿੱਚ ਜੁੜਨ ਵਾਸਤੇ ਹੀ ਹੈ। ਸੋ ਉਹ ਜੋ ਮਾਇਆ ਦੀ ਦੌੜ ਭੱਜ ਵਿੱਚ ਲੱਗਾ ਕਿਰਤਕਾਰ ਕਰਦਾ ਹੋਇਆ ਵੀ ਫਿਰ ਉਹ ਮੁਕਤ ਹੁੰਦਾ ਹੈ, ਮੋਹ ਮਾਇਆ ਤੋਂ ਉਹ ਮੁਕਤ ਹੁੰਦਾ ਹੈ, ਜੀਵਨ ਮੁਕਤ ਹੁੰਦਾ ਹੈ। ਕਹਿ ਰਵਿਦਾਸ ਪਰਮ ਬੈਰਾਗ। ਤੋ ਰਵਿਦਾਸ ਆਖਦਾ ਹੈ ਇਹ ਸਭ ਤੋਂ ਉੱਚਾ ਜਿਹੜਾ ਪਰਮ ਬੈਰਾਗ, ਸਭ ਤੋਂ ਉੱਚਾ ਬੈਰਾਗ ਹੈ, ਉਹਦੀ ਪ੍ਰਾਪਤੀ ਦੀ ਗੱਲ ਜਿਹੜੀ ਆ ਉਹ ਇਸ ਤਰ੍ਹਾਂ ਹੈ। ਹਿਰਦੈ ਰਾਮ ਕੀ ਨਾ ਜਪਸ ਅਭਾਗ। ਤੋ ਸਭ ਤੋਂ ਉੱਚੇ ਬੈਰਾਗ ਦੀ ਪ੍ਰਾਪਤੀ ਦੀ ਗੱਲ ਕੀ ਹੈ? ਇਹ ਭਾਗੀਣ, ਅਭਾਗ, ਅਭਾਗੇ ਪ੍ਰਾਣੀ, ਭਾਗਹੀਣ ਬੰਦੇ, ਜਿਹੜਾ ਮਾਲਕ ਹੈ ਉਹ ਤਾਂ ਤੇਰੇ ਹਿਰਦੇ ਵਿੱਚ ਹੀ ਹੈ। ਹਿਰਦੈ ਰਾਮ ਤੇਰੇ ਹਿਰਦੇ ਵਿੱਚ ਹੀ, ਮਨ ਵਿੱਚ ਹੀ ਹੈ। ਕੀ ਨਾ ਜਪਸ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰ ਰਿਹਾ? ਉਹ ਤੇਰੇ ਅੰਦਰ ਹੀ ਬੈਠਾ ਹੈ, ਫਿਰ ਵੀ ਤੂੰ ਉਸ ਨੂੰ ਭੁਲਾਈ ਬੈਠਾ। ਉਸ ਨੂੰ ਯਾਦ ਰੱਖਿਆ ਕਰ। ਤੋ ਇਸ ਤਰ੍ਹਾਂ ਫਿਰ ਤੈਨੂੰ ਉੱਚੇ ਬੈਰਾਗ ਦੀ, ਪ੍ਰਭੂ ਪ੍ਰੇਮ ਦੀ, ਗੁਰੂ ਨਾਲ ਪ੍ਰੇਮ ਦੀ, ਬਾਣੀ ਨਾਲ ਪ੍ਰੇਮ ਦੀ ਫਿਰ ਤੈਨੂੰ ਪ੍ਰਾਪਤੀ ਹੋਵੇਗੀ। ਅਗਲਾ ਸ਼ਬਦ ਹੈ ਪੰਨਾ 1196 ਗੁਰੂ ਗ੍ਰੰਥ ਸਾਹਿਬ ਦਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਸੋ ਗੁਰੂ ਦੀ ਕਿਰਪਾ ਨਾਲ ਜੋ ਸਤ ਹੈ, ਜੋ ਇੱਕ ਓੰਕਾਰ ਹੈ, ਉਸ ਨਾਲ ਸਾਂਝ ਬਣਦੀ ਹੈ, ਉਸ ਨਾਲ ਪ੍ਰੇਮ ਬਣਦਾ ਹੈ, ਉਸ ਦੀ ਯਾਦ ਆਉਂਦੀ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਦਾ ਭਾਵ ਹੈ ਗੁਰਬਾਣੀ ਨਾਲ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਵਿਚਾਰ ਕੇ, ਗੁਰਬਾਣੀ ਦਾ ਅਰਥ ਸਮਝ ਕੇ, ਗੁਰਬਾਣੀ ਮੁਤਾਬਕ ਆਪਣਾ ਜੀਵਨ ਜਿਹੜਾ ਹੈ ਉਹ ਢਾਲਣ ਕਰਕੇ ਗੁਰੂ ਦੀ ਕਿਰਪਾ ਜਿਹੜੀ ਹੈ ਉਸਦੇ ਪਾਤਰ ਬਣੀਦਾ ਹੈ। ਬਸੰਤ ਬਾਣੀ ਰਵਿਦਾਸ ਜੀ ਕੀ, ਤੁਝੇ ਸੁਝੰਤਾ ਕਛੂ ਨਾਹੀਂ। ਤੈਨੂੰ ਕੁਝ ਨਹੀਂ ਸੁਝ ਰਿਹਾ। ਇੱਥੇ ਕਾਇਆ ਨਾਲ, ਸਰੀਰ ਨਾਲ, ਦੇਹੀ ਨਾਲ ਕੁਝ ਗੱਲਾਂ ਕੀਤੀਆਂ ਹਨ ਗੁਰੂ ਰਵਿਦਾਸ ਜੀ ਨੇ। ਇਹ ਕਾਇਆ ਤੈਨੂੰ ਕੁਝ ਸੁਝ ਨਹੀਂ ਰਿਹਾ, ਤੈਨੂੰ ਕੁਝ ਸਮਝ ਨਹੀਂ ਆ ਰਹੀ। ਤੇਰੀ ਸੁਰਤੀ ਜਿਹੜੀ ਆ ਉਹ ਠੀਕ ਨਹੀਂ ਰਹੀ, ਕੁਝ ਵੀ ਸੁਰਤ ਨਹੀਂ ਤੈਨੂੰ ਰਹੀ। ਕਿਉਂ? ਪਹਿਰਾਵਾ ਦੇਖੇ ਯੂ ਭਿਜਾਏ। ਤੂੰ ਤਾਂ ਆਕੜ ਜਾਂਦੀ ਆ ਪਹਿਰਾਵਾ ਦੇਖ ਕੇ ਕਿ ਮੇਰਾ ਇਸ ਤਰ੍ਹਾਂ ਦਾ ਪਹਿਰਾਵਾ ਹੈ, ਮੇਰਾ ਇਸ ਤਰ੍ਹਾਂ ਦਾ ਠਾਠ ਬਾਠ ਹੈ, ਮੇਰੇ ਇਸ ਤਰ੍ਹਾਂ ਦੇ ਮਕਾਨ ਹਨ। ਤੂੰ ਇਹ ਸਾਰਾ ਕੁਝ ਦੇਖ ਕੇ ਤਾਂ ਆਕੜ ਜਾਂਦੀ ਹੈ। ਗਰਭਵਤੀ ਕਾ ਨਾਹੀ ਠਾਂ। ਸੋ ਗਰਭ ਦਾ ਮਤਲਬ ਹੈ ਹੰਕਾਰ, ਗਰਭਵਤੀ ਹੰਕਾਰ ਵਾਲੀ। ਤੋ ਹੰਕਾਰ ਵਾਲੀ ਜਿਹੜੀ ਕਾਇਆ ਹੈ, ਕਾ ਨਾਹੀ ਠਾਂ। ਠਾਂ ਦਾ ਮਤਲਬ ਹੈ ਥਾਂ। ਤੋ ਇਸ ਨੂੰ ਤਾਂ ਕਿਤੇ ਵੀ ਥਾਂ ਨਹੀਂ ਮਿਲਦੀ। ਹੰਕਾਰਨ ਨੂੰ ਇਹਦਾ ਕੋਈ ਥਾਂ ਨਹੀਂ ਹੁੰਦਾ, ਕੋਈ ਥਾਂ ਨਹੀਂ ਮਿਲਦੀ। ਤੂੰ ਕਿਉਂ ਆਕੜੀ ਫਿਰਦੀ ਹੈ? ਤੇਰੀ ਗਰਦਨੀ ਉੱਪਰ ਲਵੈ ਕਾਂ। ਤੇਰੀ ਗਰਦਨ ਉੱਤੇ ਤਾਂ ਕਾਂ ਲਾਉਂਦਾ ਹੈ, ਧੌਣ ਉੱਤੇ। ਇਹਦਾ ਮਤਲਬ ਹੈ ਲੱਗਦਾ ਹੈ ਤੇਰੇ ਮੰਦੇ ਦਿਨ ਆ ਗਏ ਹਨ ਤੇ ਤੂੰ ਹੰਕਾਰ ਕਰੀ ਫਿਰਦੀ ਹੈ, ਝੂਠਾ ਮਾਣ ਕਰੀ ਫਿਰਦੀ ਹੈ।
ਤੂੰ ਕਾਏ ਘਰ ਬਹਿ ਬਾਵਲੀ। ਬਾਵਲੀ ਕਮਲੀਏ, ਤੂੰ ਕਿਉਂ ਹੰਕਾਰ ਕਰਦੀ ਫਿਰਦੀ ਐ? ਜੈਸੇ ਭਾਦੋਂ ਖੂੰਬ ਰਾਜੋ, ਜਿਸ ਤਰ੍ਹਾਂ ਭਾਦੋਂ ਦੇ ਮਹੀਨੇ ਵਿੱਚ ਖੂੰਬ ਰਾਜ ਦਾ ਮਤਲਬ ਵੱਡੀ ਖੁੰਬ ਉਗਦੀ ਹੈ, ਵੱਡੀਆਂ ਵੱਡੀਆਂ ਖੁੰਬਾਂ ਉਗਦੀਆਂ। ਤੂੰ ਤਿਸ ਤੇ ਖਰੀ ਉਤਾਵਲੀ। ਉਹ ਭਾਦੋਂ ਦੇ ਮਹੀਨੇ ਵਾਲੀ ਖੁੰਬ ਜਿਹੜੀ ਛੇਤੀ ਨਾਸ਼ ਹੋ ਜਾਂਦੀ ਹੈ, ਬਹੁਤਾ ਚਿਰ ਨਹੀਂ ਰਹਿੰਦੀ। ਤੂੰ ਤਾਂ ਉਹਦੇ ਨਾਲੋਂ ਵੀ ਕਾਹਲੀ ਲੱਗਦੀ ਐ ਨਾਸ਼ ਹੋਣ ਵਾਸਤੇ। ਤੂੰ ਤਿਸ ਤੇ ਖਰੀ ਉਤਾਵਲੀ। ਤੂੰ ਜਿਵੇਂ ਤੂੰ ਹੰਕਾਰ ਕਰਕੇ ਬੈਠੀ ਐ, ਇਸ ਤਰ੍ਹਾਂ ਲੱਗਦਾ ਹੈ ਤੂੰ ਤਾਂ ਉਹ ਭਾਦੋਂ ਵਾਲੀ ਜਿਹੜੀ ਵੱਡੀ ਖੁੰਬ ਹੈ ਉਹਦੇ ਨਾਲੋਂ ਵੀ ਛੇਤੀ ਨਾਸ਼ ਹੋ ਜਾਏਗੀ। ਰਹਾ ਜੈਸੇ ਕੁਰੰਕ ਨਹੀਂ ਪਾਇਓ ਭੇਦ। ਜਿਸ ਤਰ੍ਹਾਂ ਜਿਹੜਾ ਹਰਨ ਹੈ, ਮਿਰਗ ਹੈ, ਉਸ ਨੂੰ ਇਹ ਭੇਤ ਨਹੀਂ ਹੁੰਦਾ ਕਾਹਦਾ? ਤਾਨੇ ਸੁਗੰਧ ਢੂੰਢ ਹੈ ਪ੍ਰਦੇਸ਼। ਉਹਦੇ ਸਰੀਰ ਵਿੱਚ ਸੁਗੰਧੀ ਹੁੰਦੀ ਹੈ, ਕਸਤੂਰੀ ਹੁੰਦੀ ਹੈ, ਪਰ ਉਹ ਕਸਤੂਰੀ ਨੂੰ ਬਾਹਰ ਲੱਭਦਾ ਫਿਰਦਾ ਹੈ। ਢੂੰਢ ਹੈ ਪ੍ਰਦੇਸ਼, ਕਸਤੂਰੀ ਉਹਦੇ ਅੰਦਰ ਹੈ, ਉਹਦੇ ਅੰਦਰੋਂ ਉਸ ਨੂੰ ਵਾਸ਼ਨਾ ਆਉਂਦੀ ਹੈ, ਪਰ ਉਹ ਕਹਿੰਦਾ ਕਿਤੇ ਬਾਹਰ ਚੀਜ਼ ਪਈ ਆ। ਬਾਹਰ ਫਿਰ ਝਾੜੀਆਂ ਵਿੱਚ ਜਾ ਕੇ ਟੱਕਰਾਂ ਮਾਰਦਾ ਫਿਰਦਾ, ਲੱਭਦਾ ਫਿਰਦਾ ਹੈ। ਤੇਰੀ ਤਾਂ ਇਹ ਹਾਲਤ ਹੋਈ ਪਈ ਹੈ। ਅਪ ਤਨ ਕਾ ਜੋ ਕਰੇ ਵਿਚਾਰ। ਅਪਤਨ ਦਾ ਮਤਲਬ ਆਪਣੇ ਸਰੀਰ ਦਾ, ਆਪਣੇ ਸਰੀਰ ਦਾ ਜੋ ਵਿਚਾਰ ਕਰਦਾ ਹੈ ਕਿ ਇਹ ਤਾਂ ਕਾਇਮ ਰਹਿਣ ਵਾਲੀ ਵਸਤੂ ਹੀ ਨਹੀਂ ਹੈ। ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਉਸ ਨੂੰ ਫਿਰ ਜਮ ਕੰਕਰ ਖੁਆਰ ਨਹੀਂ ਕਰਦਾ। ਜਦੋਂ ਪਤਾ ਲੱਗ ਜਾਂਦਾ ਹੈ, ਕੋਈ ਵਿਚਾਰ ਕਰਦਾ ਸਰੀਰ ਤਾਂ ਰਹਿਣ ਵਾਲਾ ਨਹੀਂ, ਇਹਦਾ ਹੰਕਾਰ ਕਾਹਦਾ? ਫਿਰ ਜਨਮ ਮਰਨ ਦਾ ਦੁੱਖ ਜਿਹੜਾ ਹੈ, ਫਿਰ ਜਮਾਂ ਦਾ ਡਰ ਜਿਹੜਾ ਹੈ ਇਹ ਮੁੱਕ ਜਾਂਦਾ ਹੈ। ਪੁੱਤਰ ਕਲਤਰ ਕਾ ਕਰਹਿ ਅੰਕਾਰ। ਇਹ ਕਾਇਆ ਤੂੰ ਤਾਂ ਕਦੀ ਪੁੱਤਰ ਦਾ ਹੰਕਾਰ ਕਰਦੀ ਹੈ ਤੇ ਕਦੀ ਇਸਤਰੀ ਦਾ ਹੰਕਾਰ ਕਰਦੀ ਹੈ। ਤੋ ਕਾਇਆ ਜਿਹੜੀ ਹੈ, ਕਾਇਆ ਬੰਦੇ ਦੀ ਵੀ ਹੈ, ਕਾਇਆ ਇਸਤਰੀ ਦੀ ਵੀ ਹੈ। ਤੋ ਕਦੀ ਪੁੱਤਰ ਦਾ ਹੰਕਾਰ ਕਰਦੀ ਆ, ਕਦੀ ਕਾਇਆ ਇਹ ਮਾਲਕ ਬਣ ਕੇ ਆਪਣੀ ਇਸਤਰੀ ਦਾ, ਵਹੁਟੀ ਦਾ ਮਾਣ ਕਰਦੀ ਹੈ। ਪੁੱਤਰ ਤੇ ਮਾਣ ਹੈ, ਵਹੁਟੀ ਤੇ ਮਾਣ ਹੈ। ਪੁੱਤਰ ਕਲਤਰ ਕਾ ਕਰਹਿ ਅੰਕ। ਇਹਨਾਂ ਦਾ ਹੰਕਾਰ ਕਰਦੀ ਪਈ ਹੈ ਰੱਬ ਨੂੰ ਭੁਲਾ ਕੇ, ਤਾਂ ਇਹਨਾਂ ਦੇ ਪਿਆਰ ਵਿੱਚ ਹੀ ਰੁੱਝ ਗਈ ਹੈ। ਠਾਕੁਰ ਲੇਖਾ ਮੰਗਨਹਾਰ। ਚੇਤੇ ਰੱਖ, ਰੱਬ ਜਿਹੜਾ ਹੈ ਉਹ ਲੇਖਾ ਜ਼ਰੂਰ ਮੰਗਦਾ ਹੈ। ਭਾਵ ਜੋ ਚੰਗੇ ਮੰਦੇ ਕਰਮ ਹਨ ਇਹ ਬੰਦੇ ਦੇ ਸਾਹਮਣੇ ਆਉਣੇ ਹਨ। ਫੇੜੇ ਕਾ ਦੁੱਖ ਸਹਿ ਜੀ। ਫੇੜੇ ਕਾ ਦਾ ਮਤਲਬ ਹੈ ਕੀਤੇ ਹੋਏ ਕਰਮ ਜਿਹੜੇ ਆ, ਮੰਦੇ ਕਰਮਾਂ ਦਾ ਦੁੱਖ ਜਿਹੜਾ ਆ ਉਹ ਤੈਨੂੰ ਸਹਾਰਨਾ ਪਊਗਾ। ਹੰਕਾਰ ਜਿਹੜੀ ਕਰਦੀ ਪਈ ਹੈ ਇਹਦਾ ਦੁੱਖ ਸਹਾਰਨਾ ਪਊਗਾ, ਕਿਉਂਕਿ ਹੰਕਾਰ ਦਾ ਸਿਰ ਨੀਵਾਂ ਹੁੰਦਾ। ਪਾਛੇ ਕਿਸੇ ਪੁਕਾਰਹਿ ਪੀਓ ਪੀਓ। ਤੋ ਪੀਓ ਪੀ ਦਾ ਮਤਲਬ ਪਿਆਰੇ ਪਿਆਰੇ, ਪਿਆਰਾ ਪਿਆਰਾ ਕਹਿਣਾ। ਤੇ ਫਿਰ ਕਿਹਨੂੰ ਪਿਆਰਾ ਪਿਆਰਾ ਆ ਕੇ ਆਵਾਜ਼ਾਂ ਮਾਰੇਂਗੀ ਜਦੋਂ ਜ਼ਿੰਦ ਜਿਹੜੀ ਹੈ ਸਰੀਰ ਵਿੱਚੋਂ ਨਿਕਲ ਜਾਣੀ ਹੈ? ਪਿਆਰੇ ਤਾਂ ਇੱਥੇ ਰਹਿ ਜਾਣੇ ਹਨ। ਜਿਹੜਾ ਅਸਲੀ ਪਿਆਰਾ ਹੈ ਉਹਦੇ ਨਾਲ ਤਾਂ ਪਿਆਰ ਕਰਦੀ ਪਈ ਨਹੀਂ। ਸਾਧੂ ਕੀ ਜੌਲੇ ਹੋਟ। ਜਦੋਂ ਸਾਧੂ ਦਾ ਸਹਾਰਾ ਲੈਂਦਾ, ਮਤਲਬ ਹੈ ਜਿਹੜੀ ਬਾਣੀ ਹੈ, ਗੁਰੂਆਂ ਨੂੰ ਬਾਣੀ ਜਿਹੜੀ ਪ੍ਰਾਪਤ ਹੋਈ ਹੈ, ਇਹਦਾ ਜੇ ਸਹਾਰਾ ਲਵੇਂ, ਬਾਣੀ ਨੂੰ ਪੜ੍ਹੇ ਸੁਣੇ ਵਿਚਾਰੇ, ਬਾਣੀ ਦਾ ਉਪਦੇਸ਼ ਜੀਵਨ 'ਚ ਧਾਰਨ ਕਰੇ, ਤੇਰੇ ਮਿਟੇ ਪਾਪ ਸਭ ਕੋਟੀ ਕੋਟੀ। ਸੋ ਕੋਟੀ ਕੋਟ ਮਨੇ ਕਰੋੜਾਂ ਹੀ ਤੇਰੇ ਜਿਹੜੇ ਪਾਪ ਹਨ ਉਹ ਮਿਟ ਸਕਦੇ ਹਨ। ਕਹਿ ਰਵਿਦਾਸ ਜੋ ਜਪੈ ਨਾਮ। ਤੋ ਜੋ ਵੀ ਨਾਮ ਜਪਦਾ ਹੈ, ਰਵਿਦਾਸ ਆਖਦਾ ਹੈ, ਜੋ ਵੀ ਨਾਮ ਜਪਦਾ ਹੈ, ਭਾਵ ਬਾਣੀ ਨੂੰ ਪੜ੍ਹਦਾ ਹੈ, ਬਾਣੀ ਨੂੰ ਸੁਣਦਾ ਹੈ, ਬਾਣੀ ਸੁਣਦਾ ਹੈ, ਬਾਣੀ ਦਾ ਕੀਰਤਨ ਕਰਦਾ ਹੈ, ਬਾਣੀ ਦੀ ਵਿਚਾਰ ਕਰਦਾ ਹੈ, ਉਹ ਨਾਮ ਹੀ ਜਪ ਰਿਹਾ ਹੁੰਦਾ। ਤਿਸ ਜ਼ਾਤ ਨ ਜਨਮ ਨ ਜੋ ਨਿਕਾਮ। ਤੋ ਇਸ ਤਰ੍ਹਾਂ ਨਾਮ ਜਪਣ ਵਾਲੇ ਦਾ, ਬਾਣੀ ਪੜ੍ਹਨ ਸੁਣਨ ਵਾਲੇ, ਵਿਚਾਰ ਕਰਨ ਵਾਲੇ ਦਾ, ਬਾਣੀ ਦਾ ਉਪਦੇਸ਼ ਧਾਰਨ ਕਰਨ ਵਾਲੇ ਦਾ ਫਿਰ ਜਨਮ ਜਿਹੜਾ ਹੈ
ਉਹ ਫਿਰ ਮਾੜਾ ਨਹੀਂ ਰਹਿੰਦਾ, ਜਨਮ ਮਰਨ ਮਿਟ ਜਾਂਦਾ ਹੈ। ਜੂਨੀਆਂ ਵਿੱਚ ਜਿਹੜਾ ਘੁੰਮਣਾ ਹੈ ਇਹ ਮਿਟ ਜਾਂਦਾ ਹੈ। ਫਿਰ ਲੋਕ ਜੋ ਉਸ ਨੂੰ ਮਾੜੀ ਜ਼ਾਤ ਵਾਲਾ ਕਰਕੇ ਪੁਕਾਰਦੇ ਹਨ, ਉਹ ਨੀਵੀਂ ਜ਼ਾਤ ਉਹ ਵੀ ਮੁੱਕ ਜਾਂਦੀ ਹੈ। ਜ਼ਾਤਾਂ ਜਿਹੜੀਆਂ ਇਹਨਾਂ ਦੇ ਬੰਧਨ, ਜਨਮ ਦੇ ਬੰਧਨ, ਇਹ ਆਵਾਗੁਣ ਦੇ ਬੰਧਨ ਦੂਰ ਹੋ ਜਾਂਦੇ ਹਨ। ਬੰਦੇ ਦੀ ਸਿਫਤ ਸਲਾਹ ਜਿਹੜੀ ਹੈ ਉਹ ਸਾਰੇ ਪਾਸੇ ਫੈਲ ਜਾਂਦੀ ਹੈ। ਅੱਗੇ 1293 ਪੰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਇੱਥੇ ਮਲਹਾਰ ਰਾਗ ਹੈ, ਤੋ ਮੰਗਲ ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ, ਮਲਹਾਰ ਬਾਣੀ ਭਗਤ ਰਵਿਦਾਸ ਜੀ ਕੀ। ਨਾਗਰ ਜਨਾ ਮੇਰੀ ਜ਼ਾਤ ਬਿਖਿਆਤ ਚਮਾਰੰ, ਤੋ ਚਿੱਚੇ ਉੱਪਰ ਟਿੱਪੀ, ਰਾਰਤ ਟਿੱਪੀ ਹੈ, ਚਮ ਜਮਾ ਆਰੰ, ਚਮਾਰੂ ਬਣ ਗਿਆ। ਚਮ ਤੇ ਆਰ ਦਾ ਕੰਮ ਕਰਨ ਵਾਲੇ। ਹੇ ਨਗਰ ਦੇ ਲੋਕੋ, ਨਾਗਰ ਜਨਾ ਨਗਰ ਦੇ ਲੋਕੋ, ਇਹ ਤਾਂ ਮੰਨੀ ਪਰਮੰਨੀ ਗੱਲ ਹੈ ਕਿ ਮੈਂ ਚਮ ਤੇ ਆਰ ਦਾ ਕੰਮ ਕਰਨ ਵਾਲਾ, ਇਸ ਕਰਕੇ ਤੁਸੀਂ ਮੈਨੂੰ ਚਮਾਰ ਆਖ ਰਹੇ ਹੋ। ਚਮ ਤੇ ਆਰ ਦਾ ਕੰਮ ਕਰਨ ਵਾਲਾ ਤੁਸੀਂ ਕਹਿ ਰਹੇ ਹੋ, ਮੰਨੀ ਪਰਮਾਨੀ ਦਾ ਵਿਖਿਆਤ ਹੈ, ਇਹ ਹੁਣ ਮਸ਼ਹੂਰ ਹੋ ਚੁੱਕੀ ਹੈ। ਹਿਰਦੇ ਨਾਮ ਗੋਬਿੰਦ ਗੁਣ ਸਾਰੰ। ਪਰ ਨਗਰ ਦੇ ਲੋਕੋ, ਤੁਹਾਨੂੰ ਇਹ ਵੀ ਪਤਾ, ਤੁਸੀਂ ਮੈਨੂੰ ਚਮਾਰ ਤਾਂ ਆਖਦੇ ਹੋ, ਪਰ ਮੇਰੇ ਹਿਰਦੇ ਵਿੱਚ ਰਾਮ ਹੈ, ਗੋਬਿੰਦ ਹੈ। ਮੈਂ ਰਾਮ ਤੇ ਗੋਬਿੰਦ ਦੇ ਗੁਣ ਜਿਹੜੇ ਆ ਉਹਨਾਂ ਦੀ ਦਿਨ ਰਾਤ ਸੰਭਾਲ ਕਰ ਰਿਹਾ। ਰਾਮ ਤੇ ਨਾਮ, ਰਾਮ ਤੇ ਗੋਬਿੰਦ, ਇਹਨਾਂ ਦੇ ਗੁਣ ਜਿਹੜੇ ਰਾਮ ਤੇ ਗੋਬਿੰਦ ਦੇ ਗੁਣ ਹੈ, ਉਹਨਾਂ ਦੀ ਮੈਂ ਸੰਭਾਲ ਕਰ ਰਿਹਾ। ਮੈਂ ਉਹ ਆਪਣੇ ਮਨ ਵਿੱਚ ਉਹਨਾਂ ਨੂੰ ਵਸਾ ਰਿਹਾ। ਤੁਹਾਨੂੰ ਇਹ ਵੀ ਪਤਾ ਹੈ, ਰਹਾਉ ਸੁਰ ਸ੍ਰੀ ਸਲਲ ਕ੍ਰਿਤ ਬਾਰੁਨੀ ਰੇ। ਤੋ ਅੱਗੇ ਕਹੀ ਜਾਂਦਾ ਸੀ ਗੰਗਾ ਬੜੀ ਪਵਿੱਤਰ ਹੈ, ਗੰਗਾ ਬੜੀ ਪਵਿੱਤਰ ਹੈ। ਅੱਗੇ ਇਹ ਆਮ ਲੋਕਾਂ 'ਚ ਗੱਲ ਮਸ਼ਹੂਰ ਸੀ। ਤੋ ਇੱਥੇ ਗੁਰੂ ਰਵਿਦਾਸ ਜੀ ਵੀ ਲੋਕਾਂ ਦੀ ਇਹ ਗੱਲ ਲੈ ਕੇ ਵੀ ਗੰਗਾ ਪਵਿੱਤਰ ਹੁੰਦੀ ਹੈ, ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਤੁਸੀਂ ਗੰਗਾ ਨੂੰ ਪਵਿੱਤਰ ਕਹਿੰਦੇ ਹੋ, ਤੇ ਗੰਗਾ ਦੇ ਪਾਣੀ ਨਾਲ ਜੇ ਕੋਈ ਸ਼ਰਾਬ ਬਣਾ ਲਵੇ, ਸਲਲ ਹੁੰਦਾ ਪਾਣੀ, ਬਾਰ ਨਹੀਂ ਹੁੰਦਾ ਸ਼ਰਾਬ, ਕ੍ਰਿਤ ਬਾਰ ਨਹੀਂ ਰੇ, ਸ਼ਰਾਬ ਕੋਈ ਬਣਾ ਲੈ। ਤੁਹਾਡੀ ਕਹੀ ਹੋਈ ਗੰਗਾ ਦੇ ਪਵਿੱਤਰ ਪਾਣੀ ਚੋਂ ਜੇ ਕੋਈ ਸ਼ਰਾਬ ਬਣਾ ਲੈ, ਸੰਤ ਜਨ ਕਰਤ ਨਹੀਂ ਪਾਨੰ। ਇਹ ਜਿਹੜੀ ਸ਼ਰਾਬ ਬਣੀ ਹੈ ਤੁਹਾਡੇ ਮੁਤਾਬਕ ਗੰਗਾ ਦੇ ਪਵਿੱਤਰ ਜਲ ਨਾਲ, ਫੇਰ ਵੀ ਇਹਨੂੰ ਸੰਤ ਜਨ ਪੀਂਦੇ ਨਹੀਂ। ਭਾਵੇਂ ਗੰਗਾ ਤੁਸੀਂ ਪਵਿੱਤਰ ਜਲ ਕਹਿੰਦੇ ਹੋ, ਉਹ ਤੋਂ ਬਣੀ ਸ਼ਰਾਬ ਜਿਹੜੀ ਹੈ ਉਹਦਾ ਸੰਤ ਜਨ ਪਾਨ ਨਹੀਂ ਕਰਦੇ। ਚੰਗੇ ਜਿਹੜੇ ਬੰਦੇ ਹਨ ਉਹ ਇਹਦਾ ਸੇਵਨ ਨਹੀਂ ਕਰਦੇ ਸ਼ਰਾਬ ਦਾ, ਭਾਵੇਂ ਗੰਗਾ ਦੇ ਪਾਣੀ ਤੋਂ ਹੀ ਉਹ ਕਿਉਂ ਨਾ ਬਣੀ ਹੋਵੇ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰ ਸ੍ਰੀ ਮਿਲਤ ਨਹੀਂ ਹੋਇ ਆਨੰ। ਸੁਰਾ ਅਪਵਿੱਤਰ, ਸੁਰਾ ਮਤਲਬ ਸ਼ਰਾਬ, ਬਾਰਨੀ ਵੀ ਹੁੰਦਾ ਸ਼ਰਾਬ, ਇਹ ਅਪਵਿੱਤਰ ਹੈ, ਅਪਵਿੱਤਰ ਵਸਤੂ ਹੈ। ਸੁਰਾ ਅਪਵਿੱਤਰ, ਪਵਿੱਤਰ ਨਹੀਂ ਹੈ। ਸੁਰਾ ਪਵਿੱਤਰ, ਭਾਵੇਂ ਹੋਰ ਆ ਜਿਹੜੀ ਅਪਵਿੱਤਰ ਸ਼ਰਾਬ ਹੈ ਤੇ ਹੋਰ ਜਿਹੜੇ ਭਾਵੇਂ ਗੰਦੇ ਪਾਣੀ ਵੀ ਹੋਣ, ਸੁਰਾ ਪਵਿੱਤਰ ਨਤ ਮੈਨੇ ਹੋਰ, ਨਤ ਅਵਰ, ਅਵਰ ਦਾ ਮਤਲਬ ਹੈ ਹੋਰ, ਨਤ ਅਤੇ ਹੋਰ ਜਿਹੜੇ ਆ ਪਾਣੀ, ਜਲ ਰੇ, ਹੋਰ ਪਾਣੀ, ਗੰਦੇ ਮੰਦੇ ਹੋਰ ਪਾਣੀ ਵੀ ਹੋਣ, ਤਾਂ ਉਹ ਕੀ ਹੁੰਦਾ ਹੈ, ਸੁਰ ਸ੍ਰੀ ਮਿਲਤ ਨਹੀਂ ਹੋਇਆ। ਉਹ ਗੰਗਾ ਦੇ ਪਾਣੀ ਵਿੱਚ ਮਿਲ ਕੇ ਉਸ ਗੰਗਾ ਤੋਂ ਵੱਖਰੇ ਨਹੀਂ ਰਹਿ ਜਾਂਦੇ। ਗੰਗਾ ਦੇ ਪਾਣੀ ਵਿੱਚ ਸ਼ਰਾਬ ਸੁੱਟ ਦਿੱਤੀ ਜਾਵੇ ਤਾਂ ਸ਼ਰਾਬ ਵੱਖਰੀ ਨਹੀਂ ਰਹਿ ਜਾਂਦੀ, ਗੰਗਾ ਦੇ ਪਾਣੀ 'ਚ ਰਲ ਜਾਂਦੀ ਆ। ਇਸ ਤਰ੍ਹਾਂ ਹੋਰ ਪਾਣੀ ਜਿਹੜੇ ਆ ਉਹ ਵੀ ਗੰਗਾ ਦੇ ਪਾਣੀ 'ਚ ਮਿਲ ਕੇ ਉਹਦਾ ਰੂਪ ਹੋ ਜਾਂਦੇ ਹਨ, ਵੱਖਰੇ ਨਹੀਂ ਰਹਿ ਜਾਂਦੇ। ਇਸੇ ਤਰ੍ਹਾਂ ਹੀ ਤੁਸੀਂ ਭਾਵੇਂ ਮੈਨੂੰ ਨੀਵੀਂ ਕੋਲ ਵਾਲਾ ਬੰਦਾ, ਨੀਵੀਂ ਜ਼ਾਤ ਵਾਲਾ ਬੰਦਾ ਕਹੀ ਜਾਂਦੇ ਹੋ, ਕਹੋ, ਮੈਨੂੰ ਕੋਈ ਪਰਵਾਹ ਨਹੀਂ, ਪਰ ਜੋ ਸਦਾ ਹੀ ਕਾਇਮ ਰਹਿਣ ਵਾਲਾ ਪ੍ਰਭੂ, ਪਵਿੱਤਰ ਪ੍ਰਭੂ ਹੈ, ਉਹਦੇ ਵਿੱਚ ਜੁੜ ਕੇ ਕੋਈ ਬੰਦਾ ਜਿਹੜਾ ਹੈ ਉਹਦੀ ਜ਼ਾਤ ਨਹੀਂ ਰਹਿ ਜਾਂਦੀ, ਉਹਦਾ ਕੋਈ ਜਨਮ ਨਹੀਂ ਰਹਿ ਜਾਂਦਾ,
ਉਹ ਉਹਦੇ ਵਰਗਾ ਹੋ ਜਾਂਦਾ ਹੈ। ਇਹ ਵੀ ਤੁਹਾਨੂੰ ਪਤਾ ਹੈ ਕਿ ਨਹੀਂ ਨਗਰ ਦੇ ਲੋਕੋ? ਇਸ ਗੱਲ ਦਾ ਵੀ ਧਿਆਨ ਰੱਖੋ। ਤਰਤਾਰੀ ਅਪਵਿੱਤਰ ਕਰ ਮਾਨੀਐ। ਤਰ ਦਾ ਮਤਲਬ ਰੁੱਖ ਤੇ ਤਾਰ ਦਾ ਮਤਲਬ ਤਾੜੀ। ਤਰਤਾਰੀ ਤਾੜੀ ਦੇ ਰੁੱਖ ਜਿਨ੍ਹਾਂ ਵਿੱਚੋਂ ਇੱਕ ਰਸ ਜਿਹਾ ਨਿਕਲਦਾ ਹੁੰਦਾ ਜੋ ਨਸ਼ਾ ਦਿੰਦਾ ਹੈ, ਉਹਨੂੰ ਕਹਿੰਦੇ ਤਾੜੀ ਦੇ ਰੁੱਖ। ਤਰਤਾਰੀ ਅਪਵਿੱਤਰ ਕਰ ਮਾਨੀਐ। ਤੋ ਤਾੜੀ ਦੇ ਰੁੱਖ ਜਿਹੜੇ ਆ ਇਹਨਾਂ ਨੂੰ ਲੋਕ ਜਿਹੜੇ ਆ ਕਹਿੰਦੇ ਇਹ ਪਵਿੱਤਰ ਨਹੀਂ, ਕਿਉਂਕਿ ਇਹ ਚੋਂ ਨਸ਼ੇ ਵਾਲੀ ਚੀਜ਼ ਕੋ ਨਿਕਲਦੀ ਆ, ਇਹ ਅਪਵਿੱਤਰ ਹਨ। ਜੈਸੇ ਕਾਗਰਾ ਕਰਤ ਵਿਚਾਰੰ। ਇਸੇ ਤਰ੍ਹਾਂ ਇਹ ਤਾੜੀ ਦੇ ਰੁੱਖ ਨਾਲ ਬਣੇ ਜਿਹੜੇ ਕਾਗਜ਼ ਹੈ ਉਹਨਾਂ ਬਾਰੇ ਵੀ ਲੋਕ ਇਦਾਂ ਵਿਚਾਰ ਕਰਦੇ ਆ ਵੀ ਇਹ ਵੀ ਜਿਹੜੇ ਆ ਉਹ ਇਹ ਵੀ ਪਵਿੱਤਰ ਨਹੀਂ ਰਹੇ, ਕਿਉਂਕਿ ਇਹ ਤਾੜੀ ਦੇ ਰੁੱਖ ਤੋਂ ਬਣੇ ਹਨ। ਭਗਤੀ ਭਗਹੁ ਲਿਖੀਐ ਤਿਹਿ ਉਪਰੇ। ਪਰ ਨਗਰ ਦੇ ਲੋਕੋ ਤੁਹਾਨੂੰ ਇਹ ਪਤਾ ਕਿ ਇਹ ਤਾੜੀ ਦੇ ਰੁੱਖ ਜਿਹੜੇ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਇਹ ਅਪਵਿੱਤਰ ਹੋ ਗਿਆ, ਇਹ ਨਸ਼ੇ ਵਰਗੀ ਚੀਜ਼ ਤੋਂ ਬਣੇ ਆ, ਪਰ ਜੇ ਇਹਨਾਂ ਹੀ ਕਾਗਜ਼ਾਂ ਉੱਪਰ ਤਾੜੀ ਦੇ ਰੁੱਖ ਤੋਂ ਬਣੇ ਕਾਗਜ਼ਾਂ ਉੱਪਰ ਭਗਤੀ ਭਗਉਤ ਲਿਖੀ ਹੈ ਤਿਹਿ ਉਪਰ, ਇਹਨਾਂ ਉੱਪਰ ਜੇ ਈਸ਼ਵਰ ਦੀ ਭਗਤੀ ਬੰਦਗੀ ਜਿਹੜੀ ਹੈ ਉਹਦੇ ਲਫ਼ਜ਼ ਲਿਖ ਦਿੱਤੇ ਜਾਣ, ਭਗਵੰਤ ਦੀ ਭਗਤੀ ਜਿਹੜੀ ਆ ਜੇ ਇਹਦੇ ਉੱਪਰ ਇਹਨਾਂ ਉੱਪਰ ਲਿਖ ਦਿੱਤੀ ਜਾਵੇ, ਪੂਜਿਐ ਪੂਜਿਐ ਕਰ ਨਮਸਕਾਰੰ, ਤਾਂ ਫਿਰ ਇਹ ਜਿਹੜੇ ਅਪਵਿੱਤਰ ਕਾਗਜ਼ ਹਨ ਇਹ ਵੀ ਫਿਰ ਪੂਜੇ ਜਾਂਦੇ ਹਨ, ਪੂਜਣਯੋਗ ਹੋ ਜਾਂਦੇ ਹਨ। ਇਹਨਾਂ ਅੱਗੇ ਵੀ ਲੋਕ ਸਿਰ ਨੀਵਾਂ ਕਰਦੇ ਹਨ, ਇਹਨਾਂ ਦੀ ਪੂਜਾ ਹੁੰਦੀ, ਕਿਉਂਕਿ ਇਹਨਾਂ 'ਤੇ ਰੱਬੀ ਬਾਣੀ ਜਿਹੜੀ ਹੈ ਈਸ਼ਵਰ ਦੀ ਸਿਫਤ ਸਲਾਹ ਵਾਲੀ ਬਾਣੀ ਜਿਹੜੀ ਆ ਉਹ ਜਦੋਂ ਲਿਖੀ ਜਾਂਦੀ ਆ ਇਹ ਵੀ ਪਵਿੱਤਰ ਹੋ ਜਾਂਦੇ ਹਨ। ਇਸ ਕਰਕੇ ਨੀਵੀਂ ਜਾਤ ਵਾਲੇ ਜਿਹਨਾਂ ਤੁਸੀਂ ਕਹਿੰਦੇ ਹੋ ਉਹਨਾਂ ਦੇ ਮਨ ਵਿੱਚ ਬਾਣੀ ਆ ਜਾਂਦੀ ਹੈ, ਹਿਰਦੇ ਵਿੱਚ ਬਾਣੀ ਦਾ ਜਾਪ ਹੋ ਜਾਂਦਾ, ਉਹ ਫਿਰ ਪਵਿੱਤਰ ਹੋ ਜਾਂਦੇ ਆ, ਉਹ ਅਪਵਿੱਤਰ ਨਹੀਂ ਰਹਿੰਦੇ, ਮਾੜੀ ਜਾਤ ਵਾਲੇ ਨਹੀਂ ਰਹਿੰਦੇ। ਨਗਰ ਦੇ ਲੋਕੋ ਇਹ ਵੀ ਤੁਹਾਨੂੰ ਪਤਾ ਹੈ ਕਿ ਨਹੀਂ? ਮੇਰੀ ਜ਼ਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤਿ ਬਨਾ ਨਿਤਿ ਬਨਾਰਸੀਆਸ ਪਾਸਾ। ਤੋ ਮੇਰੀ ਜ਼ਾਤ ਦੇ ਲੋਕ ਜਿਹੜੇ ਆ ਉਹ ਫਿਰ ਚੰਮ ਕੁੱਟਣ ਤੇ ਵੱਢਣ ਦਾ ਕੰਮ ਕਰਦੇ ਆ ਤੇ ਆਲੇ ਦੁਆਲੇ ਰਹਿੰਦੇ ਬਨਾਰਸ ਦੇ। ਅਬ ਵਿਪਰ ਪ੍ਰਧਾਨ ਤੇ ਕਰਹਿ ਡੰਡਾਓ ਤੇ। ਸੋ ਮੇਰੀ ਜ਼ਾਤ ਦੇ ਲੋਕ ਜਿਹੜੇ ਆ ਉਹ ਚੰਮ ਨੂੰ ਕੁੱਟਣ ਦਾ ਚੰਮ ਨੂੰ ਕੁੱਟਣ ਦਾ ਵੱਢਣ ਦਾ ਇਹ ਕੰਮ ਕਰਦੇ ਆ, ਬਨਾਰਸ ਦੇ ਆਲੇ ਦੁਆਲੇ ਰਹਿੰਦੇ ਆ ਤੇ ਢੋਰ ਢਵੰਤਾ ਮਰੇ ਪਸ਼ੂ ਜਿਹੜੇ ਆ ਲੋਕਾਂ ਦੇ ਉਹਨਾਂ ਨੂੰ ਢੋਂਦੇ ਹਨ, ਹੱਡਾ ਰੂੜੀ ਲੈ ਕੇ ਜਾਂਦੇ ਹਨ, ਸਫਾਈ ਕਰਦੇ ਹਨ ਤੇ ਉਹਨਾਂ ਦੀ ਕੋਲ ਵਿੱਚ ਜੰਮਿਆ ਆ ਰਵਿਦਾਸ। ਅਬ ਵਿਪਰ ਪ੍ਰਧਾਨ ਤੇ ਕਰਹਿ ਡੰਡਾਓਤੀ। ਹੁਣ ਉਸੇ ਕੋਲ ਵਿੱਚ ਪੈਦਾ ਹੋਇਆ ਜਿਹੜਾ ਰਵਿਦਾਸ ਹੈ, ਇਹ ਪ੍ਰਭੂ ਜਿਹੜਾ ਤੇਰਾ ਦਾਸ ਹੈ ਰਵਿਦਾਸ, ਇਹ ਉਸੇ ਕੋਲ ਵਿੱਚ ਜੰਮਿਆ ਹੋਇਆ ਹੈ। ਪਰ ਇਹ ਆਪ ਜੀ ਦੀ ਕਿਰਪਾ ਹੈ ਕਿ ਵਿਪਰ ਪ੍ਰਧਾਨ ਵੱਡੇ ਵੱਡੇ ਜਿਹੜੇ ਬ੍ਰਾਹਮਣ ਹੈ, ਵਿਪਰ ਮੈਨੇ ਬ੍ਰਾਹਮਣ, ਪ੍ਰਧਾਨ ਵੱਡੇ ਵੱਡੇ ਬ੍ਰਾਹਮਣ ਜਿਹੜੇ ਆ ਤੇ ਕਰਹਿ ਡੰਡਾਓਤੀ, ਉਹ ਵੀ ਹੁਣ ਰਵਿਦਾਸ ਨੂੰ ਨਮਸਕਾਰ ਕਰਦੇ ਹਨ, ਡੰਡਾਉਤ ਕਰਦੇ ਹਨ। ਰਵਿਦਾਸ ਦੇ ਮੂਹਰੇ ਲੰਮੇ ਪੈ ਕੇ ਉਹ ਨਮਸਕਾਰ ਕਰਦੇ ਨੇ, ਡੰਡੇ ਵਾਂਗ ਲੰਮੇ ਪੈ ਕੇ ਸਿੱਧੇ ਉਹ ਹੁਣ ਨਮਸਕਾਰ ਕਰਦੇ ਪਏ ਹਨ। ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਤੋ ਇਹ ਤੇਰੇ ਨਾਮ ਦੀ ਸ਼ਰਨ ਆਉਣ ਦਾ ਸਦਕਾ ਹੈ। ਨਗਰ ਦੇ ਲੋਕੋ ਤੁਹਾਨੂੰ ਪਤਾ ਜਿਹੜਾ ਉਸ ਮਾਲਕ ਦੀ ਸ਼ਰਨ ਵਿੱਚ ਆ ਜਾਏ, ਰਵਿਦਾਸ ਉਹਦੀ ਸ਼ਰਨ ਵਿੱਚ ਆਇਆ ਹੋਇਆ ਤੇ ਇਸ ਕਰਕੇ ਵੱਡੇ ਵੱਡੇ ਬ੍ਰਾਹਮਣ ਲੋਕ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਪੰਡਤ ਬ੍ਰਾਹਮਣ ਕਹਾਉਂਦੇ ਆ, ਉਹ ਹੁਣ ਰਵਿਦਾਸ ਦੇ ਅੱਗੇ ਲੰਮੇ ਪੈ ਕੇ ਨਮਸਕਾਰਾਂ ਪੈ ਕਰਦੇ ਹਨ। ਤੋ ਪ੍ਰਭੂ ਦੇ ਸਿਮਰਨ ਨਾਲ ਕੋਈ ਨੀਵੀਂ ਜ਼ਾਤ ਵਾਲਾ ਨਹੀਂ ਰਹਿ ਜਾਂਦਾ।
ਨਗਰ ਦੇ ਲੋਕੋ ਇਹ ਧਿਆਨ ਰੱਖੋ, ਇਸ ਗੱਲ ਨੂੰ ਸਮਝ ਲਓ। ਮਲਹਾਰ, ਅੱਗੇ ਰਾਗ ਆ ਗਿਆ ਮਲਹਾਰ। ਇਸ ਦਾ ਸ਼ਬਦ ਹੈ ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤੀ ਤਾਸ ਸਮ ਤੁਲ ਨਹੀਂ ਆਨ ਕੋ। ਹਰਿ ਜਪਤ ਤੇਊ ਮੈਨੇ ਉਹੀ ਮਨੁੱਖ, ਜਨਾਂ ਦਾ ਮਤਲਬ ਹੁੰਦਾ ਹੈ ਜਨ, ਦਾਸ, ਸੇਵਕ। ਪਦਮ ਕਵਲਾਸ ਪਤੀ, ਇਹਦਾ ਮਤਲਬ ਹੈ ਪਦਮਾ ਦਾ ਮਤਲਬ ਹੁੰਦਾ ਲక్ష్ਮੀ ਮਾਇਆ, ਕਮਲਾ ਦਾ ਮਤਲਬ ਲక్ష్ਮੀ ਮਾਇਆ ਹੈ। ਸੋ ਪਦਮਾਪਤੀ ਬਣ ਗਿਆ ਲక్ష్ਮੀ ਦਾ ਜਿਹੜਾ ਪਤੀ ਹੈ, ਮਤਲਬ ਪਰਮਾਤਮਾ। ਤੋ ਕਬਲਾਸਪਤੀ ਮਤਲਬ ਹੋਇਆ ਪਰਮਾਤਮਾ ਜੋ ਮਾਇਆ ਦਾ ਪਤੀ ਹੈ, ਜਿਸਨੇ ਮਾਇਆ ਪੈਦਾ ਕੀਤੀ ਹੈ, ਮਾਇਆ ਦਾ ਪਤੀ ਵੀ ਹੈ ਤੇ ਦੁਨੀਆ ਦੀ ਮਾਇਆ ਪੈਦਾ ਕਰਨ ਵਾਲਾ ਵੀ ਹੈ, ਉਹ ਹੈ ਕਬਲਾਸਪਤੀ। ਤਾਸ ਸਮਤੁਲ ਨਹੀਂ ਆਨ ਕੋ, ਉਸ ਪ੍ਰਭੂ ਦੇ ਵਰਗਾ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ ਹੈ। ਤੋ ਜਿਹੜਾ ਵੀ ਮਨੁੱਖ ਰੱਬ ਨੂੰ ਯਾਦ ਕਰਦਾ ਹੈ, ਜਿਹੜੇ ਪ੍ਰਾਣੀ ਰੱਬ ਨੂੰ ਚੇਤੇ ਕਰਦੇ ਹਨ, ਉਹ ਉਸ ਦੇ ਸੇਵਕ ਬਣ ਜਾਂਦੇ ਹਨ। ਹਰ ਜਪਤ ਤੇਊ ਜਨਾ, ਸੇਵਕ ਬਣ ਜਾਂਦੇ ਹਨ। ਤੇ ਉਹਨਾਂ ਨੂੰ ਫਿਰ ਕੀ ਲੱਗਦਾ ਹੈ ਕਿ ਪ੍ਰਭੂ ਵਰਗਾ ਦੁਨੀਆ ਤੇ ਉਹਨਾਂ ਨੂੰ ਕੋਈ ਹੋਰ ਨਹੀਂ ਦਿਸਦਾ ਪਿਆ। ਤਾਸ ਸਮਤੁਲ ਆਨ ਨਾ ਨਹੀਂ ਆਨ ਕੋ, ਇਹ ਕੀ ਅਨੇਕ ਹੋਏ ਵਿਸਥਰਿਓ। ਤਾਂ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਭੂ ਜਿਹੜਾ ਹੈ ਇੱਕ ਤੋਂ ਅਨੇਕ ਹੋ ਕੇ ਸੰਸਾਰ ਦੇ ਵਿੱਚ ਵਿਚਰਿਆ ਹੈ। ਮਤਲਬ ਸੰਸਾਰ ਜਿਹੜਾ ਹੈ, ਇਹਦੀ ਰਚਨਾ ਜਿਹੜੀ ਉਸਨੇ ਆਪ ਕੀਤੀ ਹੈ, ਤੇ ਆਪ ਹੀ ਦੁਨੀਆ ਦੇ ਜੀਵ ਜੰਤਾਂ ਦੇ ਰੂਪ ਵਿੱਚ ਉਹ ਇੱਥੇ ਆਪ ਹੀ ਦਿਸ ਰਿਹਾ ਹੈ, ਹੋਰ ਉਸ ਤੋਂ ਬਿਨਾਂ ਕੋਈ ਨਜ਼ਰ ਨਹੀਂ ਆ ਰਿਹਾ। ਅਨੇਕਾਂ ਰੂਪਾਂ ਵਿੱਚ ਇੱਥੇ ਵਿਆਪਕ ਹੈ, ਘੱਟ ਘੱਟ ਵਿੱਚ ਸਰੀਰ ਵਿੱਚ ਉਹ ਵਸਦਾ ਹੈ। ਆਨ ਰੇ ਆਨ ਭਰਪੂਰ ਸੋ, ਤੋ ਇੱਥੇ ਉਹ ਇੱਕ ਤੋਂ ਅਨੇਕਾਂ ਰੂਪਾਂ ਵਿੱਚ ਫੈਲਿਆ ਹੋਇਆ ਹੈ ਤੇ ਉਸ ਦੇ ਬਰਾਬਰ ਦਾ ਦੁਨੀਆ ਤੇ ਹੋਰ ਕੋਈ ਨਹੀਂ ਹੈ। ਸਾਰੇ ਸਰੀਰਾਂ ਵਿੱਚ ਉਹ ਭਰਪੂਰ ਹੈ, ਉਹ ਦਿਸ ਰਿਹਾ ਹੈ। ਰਹਾਉ। ਤੇ ਬਾਬਾ ਨਾਨਕ ਨੇ ਵੀ ਕਿਹਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣੀ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਉਸ ਦੀ ਜੋਤ ਵਸਦੀ ਹੈ। ਇੱਥੇ ਬਾਬਾ ਰਵਿਦਾਸ ਜੀ ਕਹਿੰਦੇ ਹਨ ਵੀ ਉਹ ਸਾਰਿਆਂ ਵਿੱਚ ਭਰਪੂਰ ਹੈ, ਗੱਲ ਇੱਕੋ ਹੀ ਹੈ। ਤੋ ਉਪਦੇਸ਼ ਜਿਹੜਾ ਹੈ ਗੁਰੂ ਨਾਨਕ ਦਾ, ਗੁਰੂ ਰਵਿਦਾਸ ਜੀ ਦਾ, ਇਹ 'ਚ ਕੋਈ ਫਰਕ ਨਹੀਂ ਹੈ, ਉਹੀ ਉਪਦੇਸ਼ ਹੈ। ਇਹ ਲੋਕਾਂ ਨੇ ਫਰਕ ਪਾਏ ਹੋਏ ਆ। ਰਹਾਉ। ਜਾ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ। ਤੋ ਜਿਸ ਇੱਥੇ ਗੱਲ ਕਰਦੇ ਹਨ ਭਗਤ ਨਾਮਦੇਵ ਜੀ, ਕਿਉਂਕਿ ਅੱਗੇ ਆਉਂਦਾ ਤਾਸ ਕੀ ਜਾਤ ਅਛੋਪ ਛੀਪਾ। ਤੋ ਉਹ ਨਾਮਦੇਵ, ਭਗਤ ਨਾਮਦੇਵ, ਜਿਸ ਦੇ ਘਰ ਵਿੱਚ ਪ੍ਰਭੂ ਦੀ ਸਿਫਤ ਸਲਾਹ ਜਿਹੜੀ ਹੈ ਉਹ ਕੀਤੀ ਜਾਂਦੀ ਸੀ। ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ। ਤੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਉੱਥੇ ਕੁਝ ਹੋਰ ਵੇਖਣ ਨੂੰ ਨਹੀਂ ਸੀ ਮਿਲਦਾ ਭਗਤ ਨਾਮਦੇਵ ਜੀ ਦੇ ਘਰ। ਤੇ ਜਿਹੜੇ ਉੱਚੀ ਜਾਤ ਵਾਲੇ ਸਨ, ਉਹਨਾਂ ਦੇ ਪਾਣੇ ਇਹ ਸ਼ੀਂਬਾ ਜਾਤ ਹੈ ਤੇ ਉਹ ਅਛੂਤ ਹੈ। ਤਾਸ ਕੀ ਜਾਤ ਅਛੋਪ ਛੀਪਾ, ਅਛੂਤ ਹੈ। ਵੱਡੇ ਵੱਡੇ ਲੋਕ ਇਹ ਤਾਂ ਅਛੂਤ ਹੈ, ਇਹ ਨਾਮ ਦੇ ਸ਼ੀਂਬਾ ਹੈ, ਇਹ ਅਛੂਤ ਹੈ। ਪਰ ਉਸ ਦੀ ਵਡਿਆਈ ਜਿਹੜੀ ਹੈ ਉਹ ਤਾਂ ਤਿੰਨਾਂ ਲੋਕਾਂ ਵਿੱਚ ਹੀ ਹੋ ਰਹੀ ਹੈ। ਬਿਆਸ ਮਹਿ ਪੇਖੀਐ ਸਨਕ ਮਹਿ ਪੇਖੀਐ। ਤੋ ਚਾਹੇ ਰਿਸ਼ੀ ਵਿਆਸ ਜਿਹੜਾ, ਉਹਦੇ ਲਿਖੇ ਧਰਮ ਪੁਸਤਕ ਉਹ ਵੀ ਦੇਖ ਲਓ, ਉਹਨਾਂ ਵਿੱਚ ਵੀ ਲਿਖਿਆ ਮਿਲਦਾ ਹੈ ਸਨਕ ਮਹਿ ਪੇਖੀਐ। ਤੇ ਸਨਕ ਜਿਹੜੇ ਬ੍ਰਹਮਾ ਦੇ ਪੁੱਤਰ ਕਹੇ ਜਾਂਦੇ, ਸਨਕ, ਸਨਾਤਨ, ਸਨੰਦਨ, ਸੰਤ ਕੁਮਾਰ, ਇਹਨਾਂ ਦੇ ਲਿਖੀਆਂ ਪੁਸਤਕਾਂ ਜਿਹੜੀਆਂ, ਉਹਨਾਂ ਵਿੱਚ ਵੀ ਦੇਖਣ ਵਿੱਚ ਆਉਂਦਾ ਆ ਕਿ ਵਿਆਸ ਮੈਂ ਲਿਖੀਏ ਸਨਕ ਮੈਂ ਵੇਖੀਏ ਨਾਮ ਕੀ ਨਾਮਨਾ ਸਪਤਦੀਪਾ। ਉਹਨਾਂ ਵਿੱਚ ਲਿਖਿਆ ਮਿਲਦਾ ਹੈ ਕਿ ਜੋ ਪ੍ਰਭੂ ਦੀ ਵਡਿਆਈ ਹੈ
ਸ਼ਬਦ ਦੀਪਾ, ਇਹ ਤਾਂ ਸਾਰੇ ਸੰਸਾਰ ਵਿੱਚ ਹੁੰਦੀ ਪਈ ਹੈ। ਉਸ ਦੀ ਵਡਿਆਈ ਸਾਰੇ ਸੰਸਾਰ ਵਿੱਚ ਹੋ ਰਹੀ ਹੈ। ਜਾ ਕੇ ਈਦ ਬਕਰੀਦ ਕੁਲ ਗੌਰੇ ਬਦ ਕਰਹਿ। ਹੁਣ ਇੱਥੇ ਗੱਲ ਚੱਲ ਰਹੀ ਹੈ ਭਗਤ ਕਬੀਰ ਜੀ ਦੀ। ਜਿਸ ਕਬੀਰ ਦੀ ਜ਼ਾਤ ਦੇ ਲੋਕ ਮੁਸਲਮਾਨ ਬਣ ਗਏ, ਹਿੰਦੂਆਂ ਤੋਂ ਮੁਸਲਮਾਨ ਬਣ ਗਏ ਜਿਹੜੇ, ਉਹ ਮੁਸਲਮਾਨ ਬਣ ਕੇ ਫਿਰ ਈਦ ਤੇ ਬਕਰੀਦ ਜਿਹੜੀ ਆ, ਇਹ ਦਿਨ ਜਿਹੜੇ ਮੁਸਲਮਾਨਾਂ ਵਾਲੇ ਉਹ ਮਨਾਉਣ ਲੱਗ ਪਏ। ਫਿਰ ਉਹ ਗਊਆਂ ਨੂੰ ਹਲਾਲ ਕਰਨ ਲੱਗ ਪਏ, ਮਾਰਨ ਲੱਗ ਪਏ। ਜਾ ਕੇ ਈਦ ਬਕਰੀਦ ਕੋਲ ਗਊਰੇ ਵੱਧ ਕਰੇ, ਗਊਆਂ ਨੂੰ ਮਾਰਨ ਲੱਗ ਪਏ। ਤੇ ਮਾਨੀਏ ਸ਼ੇਖ ਸ਼ਹੀਦ ਪੀਰਾ, ਅਤੇ ਜਿਨ੍ਹਾਂ ਦੇ ਘਰਾਂ ਵਿੱਚ ਹੁਣ ਸ਼ੇਖਾਂ ਦੀ ਮਾਨਤਾ ਹੁੰਦੀ ਪਈ ਆ, ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਪਈ ਆ, ਇਹ ਕਬੀਰ ਦੀ ਜ਼ਾਤ ਦੇ ਲੋਕ ਜਿਹੜੇ ਮੁਸਲਮਾਨ ਬਣ ਗਏ, ਉਹਨਾਂ ਦੀ ਗੱਲ ਕਰਦੇ ਆ ਕਿ ਉੱਥੇ ਹੁਣ ਕਿੱਦਾਂ ਮੁਸਲਮਾਨਾਂ ਦੀ ਰਸਮਾਂ ਜਿਹੜੀਆਂ ਹੋ ਰਹੀਆਂ। ਜਾ ਕੇ ਬਾਪ ਵੈਸੀ ਕਰੀ, ਤੋ ਜਾ ਕੇ ਬਾਪ ਵੈਸੀ ਕਰੀ, ਭੂਤ ਐਸੀ ਕਰੀ, ਭੂਤ ਐਸੀ ਸਰੀ, ਤਿਹੁਰੇ ਲੋਕ ਪ੍ਰਸਿੱਧ ਕਬੀਰਾ। ਤੋ ਜਾ ਕੇ ਬਾਪ ਵੈਸੀ ਕਰੀ, ਭੂਤ ਐਸੀ ਕਰੀ। ਤੋ ਕਬੀਰ ਦੀ, ਜਿਸ ਕਬੀਰ ਦੀ ਜ਼ਾਤ ਦੇ ਵਿੱਚ ਵੱਡਿਆਂ ਨੇ ਤਾਂ ਇੱਦਾਂ ਕਰ ਦਿਖਾਇਆ, ਕਿੱਦਾਂ ਕਰ ਦਿਖਾਇਆ, ਮੁਸਲਮਾਨ ਬਣ ਗਏ ਤੇ ਗਊਆਂ ਵੱਢਣ ਲੱਗ ਪਏ, ਈਦ ਬਕਰੀਦ ਮਨਾਉਣ ਲੱਗ ਪਏ, ਪੀਰਾਂ ਦੀ ਮਾਨਤਾ ਕਰਨ ਲੱਗ ਪਏ। ਜਾ ਕੇ ਬਾਪ ਵੈਸੀ ਕਰੀ, ਬਾਪ ਮਤਲਬ ਵੱਡੇ ਵਡੇਰੇ, ਪੂਤ ਐਸੀ ਕਰੀ। ਉਹਨਾਂ ਦਾ ਪੁੱਤਰ ਜਿਹੜਾ ਸੀਗਾ ਉਹ ਹਿੰਦੂ ਜ਼ਾਤ ਵਿੱਚ ਹੀ ਰਿਹਾ, ਉਹ ਮੁਸਲਮਾਨ ਨਹੀਂ ਬਣਿਆ। ਤੇ ਉਹਨੇ ਫਿਰ ਉਹਦੇ ਹਿੱਸੇ ਕਿਹੜੀ ਗੱਲ ਆਈ, ਉਹਨੇ ਕੀ ਕੀਤਾ, ਪੂਤ ਐਸੀ ਸਰੀ, ਤਿਹੁਰੇ ਲੋਕ ਪ੍ਰਸਿੱਧ ਕਬੀਰਾ। ਤੇ ਉਹ ਫਿਰ ਜਿਹੜਾ ਪੁੱਤਰ ਸੀ ਵੱਡੇ ਵਡੇਰੇ ਦਾ ਕਬੀਰ, ਉਹ ਫਿਰ ਮੁਸਲਮਾਨੀ ਹਕੂਮਤ ਦੇ ਦਬਾਅ ਚੋਂ ਨਿਕਲ ਗਿਆ, ਮੁਸਲਮਾਨੀ ਹਕੂਮਤ ਦੇ ਤੋਂ ਨਿਡਰ ਹੋ ਗਿਆ ਤੇ ਉਹਨੇ ਨਾਮ ਸਿਮਰਨ ਲਿਆ। ਤੇ ਉਹਨੇ ਸ਼ੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਨਹੀਂ ਕੀਤੀ, ਮੁਸਲਮਾਨ ਬਣ ਕੇ ਉਹਨੇ ਗਊਆਂ ਨੇ ਵੱਢੀਆਂ ਤੇ ਸਾਰੇ ਸੰਸਾਰ ਵਿੱਚ ਉਹ ਪ੍ਰਸਿੱਧ ਹੋ ਗਿਆ ਭਗਤੀ ਕਾਰਨ, ਬੰਦਗੀ ਕਾਰਨ। ਤਿਹੁਰੇ ਲੋਕ ਪ੍ਰਸਿੱਧ ਕਬੀਰਾ। ਜਾ ਕੇ ਕੁਟੰਬ ਕੇ ਢੇੜ ਸਭ ਢੋਰ ਟਵੰਤ। ਤੋ ਜਿਸ ਦੇ ਕੁਟੰਬ ਦੇ ਖਾਨਦਾਨ ਦੇ ਲੋਕ ਜਿਹੜੇ ਆ, ਉਹ ਬਨਾਰਸ ਦੇ ਆਸੇ ਪਾਸੇ ਵਸਦੇ ਹਨ। ਜਾ ਕੇ ਕੁਟੰਬ ਕੇ ਢੇੜ ਸਭ ਢੋਰ ਟਵੰਤ, ਮਰੇ ਹੋਏ ਜਿਹੜੇ ਪਸ਼ੂਆਂ ਨੂੰ ਢੋਂਦੇ ਹਨ। ਫਿਰੇ ਅਜੋਂ ਬਨਾਰਸੀ ਆਸ ਪਾਸਾ, ਤੇ ਉਹ ਅਜੇ ਵੀ ਬਨਾਰਸ ਦੇ ਆਸੇ ਪਾਸੇ ਵਸਦੇ ਹਨ। ਜਿਸ ਖਾਨਦਾਨ ਦੇ ਉਹ ਕਹੇ ਜਾਂਦੇ ਨੀਚ ਲੋਕ ਬਨਾਰਸ ਦੇ ਆਸੇ ਪਾਸੇ ਵਸਦੇ ਹਨ, ਮੋਏ ਪਸ਼ੂ ਜਿਹੜੇ ਆ ਉਹ ਢੋਂਦੇ ਹਨ। ਤੇ ਫਿਰ ਆਚਾਰ ਸਾਹਿਤ ਵਿਪਰ ਕਰਹਿ ਡੰਡੋ ਤੇ, ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਤੋ ਜਿਸ ਖਾਨਦਾਨ ਦੇ ਲੋਕ ਜਿਹੜੇ ਆ ਉਹ ਬਨਾਰਸ ਦੇ ਆਸੇ ਪਾਸੇ ਵਸਦੇ ਤੇ ਮਰੇ ਪਸ਼ੂ ਨੂੰ ਢੋਂਦੇ, ਉਹਨਾਂ ਦੀ ਕੋਲ ਵਿੱਚ ਜੰਮਿਆ ਪੁੱਤਰ ਹੈ ਰਵਿਦਾਸ। ਤਿੰਨ ਤਨੈ, ਉਹਨਾਂ ਦਾ ਪੁੱਤਰ, ਤਨੈ ਦਾ ਮਤਲਬ ਪੁੱਤਰ, ਉਹਨਾਂ ਦੀ ਕੋਲ ਵਿੱਚ ਇਹ ਪਸ਼ੂ ਮਰੇ ਪਸ਼ੂ ਢੋਣ ਵਾਲਿਆਂ ਦੀ ਕੋਲ ਵਿੱਚ ਹੀ ਖਾਨਦਾਨ ਵਿੱਚ ਜੰਮਿਆ ਜਿਹੜਾ ਰਵਿਦਾਸ ਪੁੱਤਰ ਹੈ, ਉਸ ਨੂੰ ਤਾਂ ਫਿਰ ਕੀ ਹੈ ਕਿ ਜਿਹੜੇ ਆਚਾਰ ਸਾਹਿਤ ਮੈਨੇ ਮਰਜ਼ਾਦਾ ਅਨੁਸਾਰ, ਸ਼ਾਸਤਰਾਂ ਦੀ ਮਰਜ਼ਾਦਾ ਅਨੁਸਾਰ ਤੁਰਨ ਵਾਲੇ ਜਿਹੜੇ ਆ, ਵਿਪਰ ਮੈਨੇ ਬ੍ਰਾਹਮਣ, ਆਚਾਰ ਸਾਹਿਤ ਵਿਪਰ ਕਰਹਿ ਡੰਡੌਤ। ਤੋ ਜਿਹੜੇ ਵੱਡੇ ਵੱਡੇ ਬ੍ਰਾਹਮਣ ਸ਼ਾਸਤਰਾਂ ਦੀ
ਹਿੰਦੂਆਂ ਦੀਆਂ ਪੁਸਤਕਾਂ ਦੀ ਜਿਹੜੀ ਮਰਜ਼ਾਦਾ ਉਹਦੇ ਮੁਤਾਬਕ ਤੁਰਨ ਵਾਲੇ ਜਿਹੜੇ ਵੱਡੇ ਵੱਡੇ ਬ੍ਰਾਹਮਣ ਸਨ, ਉਹ ਹੁਣ ਨਮਸਕਾਰ ਕਰਦੇ ਪਏ ਹਨ ਰਵਿਦਾਸ ਨੂੰ, ਜਿਹੜਾ ਕਿ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ। ਰਵਿਦਾਸ ਦਾਸਾਨ ਦਾਸਾ, ਜੋ ਦਾਸਾਂ ਦਾ ਦਾਸ ਬਣ ਗਿਆ, ਰੱਬ ਦੇ ਦਾਸਾਂ ਦਾ ਦਾਸ ਬਣ ਗਿਆ ਹੈ। ਜਪ ਜਪ ਕੇ ਹੁਣ ਉਸ ਰਵਿਦਾਸ ਨੂੰ, ਜੋ ਇਹ ਪਸ਼ੂ ਢੋਣ ਵਾਲਿਆਂ ਦੀ ਕੁਲ ਵਿੱਚ ਪੈਦਾ ਹੋਇਆ, ਤੇ ਉਸੇ ਦਾਸਾਂ ਦੇ ਦਾਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਜਿਹੜੇ ਸ਼ਾਸਤਰਾਂ ਦੀ ਮਰਿਆਦਾ ਅਨੁਸਾਰ ਚੱਲਦੇ ਪਏ ਸਨ, ਉਹ ਹੁਣ ਡੰਡੌਤ ਪੈ ਕਰਦੇ ਹਨ। ਡੰਡੌਤ ਕਰਨਾ ਹੁੰਦਾ ਡੰਡੇ ਵਾਂਗ ਸਿੱਧੇ ਲੰਮੇ ਪੈ ਕੇ ਨਮਸਕਾਰ ਕਰਨੀ, ਉਹ ਤਾਂ ਹੁਣ ਨਮਸਕਾਰ ਕਰਦੇ ਪਏ ਹਨ। ਅਗਲਾ ਸ਼ਬਦ ਹੈ ਅਤੇ ਆਖਰੀ ਸ਼ਬਦ ਹੈ ਰਵਿਦਾਸ ਬਾਣੀ ਦਾ ਮਲ੍ਹਾਰ ਰਾਗ ਦਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਮਲ੍ਹਾਰ, ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤੀ ਤੇ, ਸਾਧ ਸੰਗਤ ਪਾਈ ਪਰਮ ਗਤੇ ਰਹਾ। ਤੋ ਪਿਆਰਾ ਪ੍ਰਭੂ ਜਿਹੜਾ ਹੈ, ਜੋ ਪ੍ਰਾਣਾਂ ਦਾ ਨਾਥ ਹੈ, ਜਿਸ ਨੇ ਪ੍ਰਾਣ ਦਿੱਤੇ ਹਨ, ਸਰੀਰ ਵਿੱਚ ਜਿਹਨੇ ਜਾਨ ਪਾਈ ਹੈ, ਕਵਨ ਭਗਤੀ ਤੇ, ਕਿਹੜੀ ਭਗਤੀ ਤੇ ਉਹ ਮਿਲਦਾ ਹੈ, ਕਿਹੜੀ ਭਗਤੀ ਨਾਲ ਉਸ ਨਾਲ ਮਨ ਜੁੜਦਾ ਹੈ। ਸਾਧ ਸੰਗਤ ਪਾਈ ਪਰਮ ਗਤੇ, ਇਹ ਭਗਤੀ ਜਿਹੜੀ ਹੈ ਹੋਰ ਕੋਈ ਨਹੀਂ, ਸਿਰਫ ਸਾਧ ਸੰਗਤ ਦਾ ਪ੍ਰਾਪਤ ਕਰਨਾ ਹੈ। ਸਾਧ ਸੰਗਤ ਤੋਂ ਬਿਨਾਂ ਕੋਈ ਹੋਰ ਭਗਤੀ ਨਹੀਂ। ਸਾਧ ਸੰਗਤ ਵਿੱਚ ਸਤਿਪੁਰਸ਼ਾਂ ਦੀ ਸੰਗਤ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਹਮ ਸ਼ਹਿਰੀਆਂ ਦੀ ਸੰਗਤ, ਸਤਿਪੁਰਸ਼ਾਂ ਦੀ ਸੰਗਤ ਕਰ ਕਰਕੇ ਉੱਥੇ ਬੈਠ ਕੇ ਆਪਣੀ ਆਤਮਿਕ ਅਵਸਥਾ ਜਿਹੜੀ ਹੈ ਉਹਨੂੰ ਉੱਚਾ ਕੀਤਾ, ਪਰਮ ਗਤੀ ਪ੍ਰਾਪਤ ਕੀਤੀ ਹੈ। ਤੇ ਇਹ ਹੈ ਭਗਤੀ ਸਾਧ ਸੰਗਤ ਵਿੱਚੋਂ ਮਿਲੀ, ਜਿਹੜੀ ਕਿ ਪ੍ਰਭੂ ਪਰਮੇਸ਼ਰ ਨਾਲ ਜੋੜਦੀ ਹੈ। ਤੋ ਇੱਥੇ ਸਾਧ ਸੰਗਤ ਦੀ ਮਹਾਨਤਾ ਦੱਸਦੇ ਪਏ ਹਨ। ਸਾਧ ਸੰਗਤ ਦਾ ਮਤਲਬ ਸਤਿਪੁਰਸ਼ਾਂ ਦੀ ਸੰਗਤ, ਜਿੱਥੋਂ ਰੱਬੀ ਉਪਦੇਸ਼ ਮਿਲਦਾ ਹੋਵੇ। ਹਮ ਸ਼ਹਿਰੀਆਂ ਦੀ ਸੰਗਤ, ਜਿੱਥੇ ਬੈਠ ਕੇ ਈਸ਼ਵਰ ਦੀਆਂ ਗੱਲਾਂ ਹੁੰਦੀਆਂ ਹੋਣ, ਕੋਈ ਹੋਰ ਗੱਲਾਂ ਹੁੰਦੀ ਹੋਵੇ, ਤੋ ਉਸ ਦੀ ਇੱਥੇ ਵਡਿਆਈ ਕੀਤੀ ਜਾ ਰਹੀ ਹੈ। ਰਹਾਉ ਮੈਲੇ ਕੱਪੜੇ ਕਹਾਂ ਲਓ ਧੋਵਾਂ। ਤੋ ਸਾਧ ਸੰਗਤ ਦੀ ਬਰਕਤ ਨਾਲ ਹੁਣ ਜਿਹੜੀ ਪਰਮ ਗਤੀ ਪ੍ਰਾਪਤ ਹੋਈ ਹੈ, ਉਹਦਾ ਅਸਰ ਕੀ ਹੈ? ਤੋ ਜਿਸ ਨੂੰ ਵੀ ਇਹ ਪ੍ਰਾਪਤ ਹੁੰਦੀ ਹੈ ਉੱਚੀ ਅਵਸਥਾ, ਉਹ ਫਿਰ ਕਿਸੇ ਦੀ ਨਿੰਦਿਆ ਚੁਗਲੀ ਜਿਹੜੀ ਆ ਮੁੜ ਕੇ ਨਹੀਂ ਕਰਦਾ। ਮੈਲੇ ਕੱਪੜੇ ਲੋਕਾਂ ਦੇ ਧੋਂਦਾ ਨਹੀਂ, ਪਾਪ ਨਿੰਦਿਆ ਨਹੀਂ ਕਰਦਾ। ਆਵੇਗੀ ਨੀਂਦ ਕਹਾਂ ਲਗ ਸੋਵੋਂ। ਹੁਣ ਕਿੱਥੋਂ ਨੀਂਦ ਆਏਗੀ ਗਿਆਨਤਾ ਦੀ? ਤੇ ਗਿਆਨਤਾ ਦੀ ਨੀਂਦ ਵਿੱਚ ਕੌਣ ਸੌਂਗਾ? ਜਦੋਂ ਪਰਮਗਤੀ ਪ੍ਰਾਪਤ ਹੋ ਜਾਂਦੀ ਹੈ, ਫਿਰ ਅਗਿਆਨਤਾ ਦੀ ਨੀਂਦ ਵਿੱਚੋਂ ਬੰਦਾ ਨਿਕਲਦਾ ਹੈ। ਅਗਿਆਨਤਾ ਦੀ ਨੀਂਦ ਨਹੀਂ ਸੌਂਦਾ, ਕਿਉਂਕਿ ਗੁਰਬਾਣੀ ਦਾ ਚਾਨਣ ਹੋ ਜਾਂਦਾ ਹੈ। ਜੋਈ ਜੋ ਜੋਰਿਓ ਸੋਈ ਸੋਈ ਫਾਟਿਓ। ਤੋ ਇਸ ਤਰ੍ਹਾਂ ਜਦੋਂ ਪਰਮਗਤੀ ਪ੍ਰਾਪਤ ਹੁੰਦੀ ਹੈ, ਤਾਂ ਬੰਦੇ ਦੇ ਜਿਹੜੇ ਪਹਿਲਾਂ ਕੀਤੇ ਹੋਏ ਕੋਈ ਮਾੜੇ ਕਰਮ ਹੁੰਦੇ ਹਨ, ਉਹਨਾਂ ਦਾ ਲੇਖਾ ਜਿਹੜਾ ਉਹ ਪਾਟ ਜਾਂਦਾ ਹੈ, ਲੇਖਾ ਫਟ ਜਾਂਦਾ ਹੈ, ਲੇਖਾ ਮੁੱਕ ਜਾਂਦਾ ਹੈ। ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬਨ ਜੀ ਉੱਠ ਹੀ ਗਈ ਹਾਟਿਓ। ਤੋ ਜਿਹੜਾ ਕਿਤੇ ਕੋਈ ਝੂਠਾ ਵਪਾਰ ਕਰਦਾ ਸੀ, ਝੂਠ ਦਾ ਵਪਾਰ ਕਰਦਾ ਸੀ, ਠੱਗੀਆਂ ਮਾਰਦਾ ਸੀ, ਉਹ ਫਿਰ ਸਾਧ ਸੰਗਤ ਵਿੱਚ ਪਰਮਗਤੀ ਜਦੋਂ ਮਿਲਦੀ ਹੈ, ਅਵਸਥਾ ਉੱਚੀ ਮਿਲਦੀ ਹੈ, ਤਾਂ ਉਹ ਫਿਰ ਠੱਗੀਆਂ ਵਾਲਾ ਜਿਹੜਾ ਵਪਾਰ ਹੈ ਬਣ ਜਾਏ, ਉਹ ਵੀ ਹਟ ਜਾਂਦਾ ਹੈ, ਮੁੱਕ ਜਾਂਦਾ ਹੈ, ਬੰਦਾ ਉੱਧਰੋਂ ਹਟ ਜਾਂਦਾ ਹੈ। ਕਹੋ ਰਵਿਦਾਸ ਪਇਓ ਜਬ ਲੇਖੋ। ਤੋ ਸਾਧ ਸੰਗਤ 'ਚ ਬੈਠ ਕੇ, ਸਤਿਪੁਰਸ਼ਾਂ ਦੀ ਸੰਗਤ 'ਚ ਬੈਠ ਕੇ ਗੁਰਬਾਣੀ ਦੀ ਵਿਚਾਰ ਸੁਣਦਿਆਂ ਜਦੋਂ ਬੰਦਾ ਫਿਰ ਆਪਣੇ ਵੱਲ ਝਾਤੀ ਮਾਰਦਾ ਹੈ, ਭਇਓ ਜਬ ਲੇਖੋ, ਆਪਣੇ ਵੱਲ ਝਾਤੀ ਮਾਰਦਾ ਹੈ, ਦੇਖਦਾ ਵੀ ਉਸਨੇ ਕੀ ਕੀ ਕੀਤਾ ਹੈ, ਤਾਂ ਫਿਰ ਜੋਈ ਜੋ ਕੀਨੋ ਸੋਈ ਸੋਈ ਦੇਖਿਓ। ਤੋ ਜੋ ਜੋ ਉਸਨੇ ਕੀਤਾ ਹੁੰਦਾ ਹੈ, ਉਸ ਨੂੰ ਫਿਰ ਪ੍ਰਤੱਖ ਜਿਹੜਾ ਉਹਦੇ ਸਾਹਮਣੇ ਉਸ ਨੂੰ ਦਿਸਣ ਲੱਗ ਪੈਂਦਾ ਹੈ। ਤੇ ਇਸ ਤਰ੍ਹਾਂ ਫਿਰ ਉਹ ਉਹਨਾਂ ਮੰਦੇ ਕਰਮਾਂ ਵੱਲੋਂ ਸ਼ਰਮਾ ਕੇ
ਫਿਰ ਉਹ ਚੰਗੇ ਕਰਮਾਂ ਵਿੱਚ ਜੁਟ ਜਾਂਦਾ ਹੈ। ਤੋ ਇਹ ਹੈ ਸਾਧ ਸੰਗਤ ਦੀ ਬਰਕਤ ਨਾਲ ਬੰਦੇ ਵਿੱਚ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ, ਉਸ ਗੱਲ ਦਾ ਇਸ ਸ਼ਬਦ ਰਾਹੀਂ ਉਹਨਾਂ ਨੇ ਬਿਆਨ ਕੀਤਾ ਹੈ। ਤੋ ਇਸ ਤਰ੍ਹਾਂ ਗੁਰੂ ਪਿਆਰਿਓ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ 40 ਸ਼ਬਦ ਸਨ, ਉਹਨਾਂ ਦੀ ਵਿਆਖਿਆ ਦਾਸ ਨੇ ਆਪ ਜੀ ਦੀ ਝੋਲੀ ਵਿੱਚ ਪਾਈ ਹੈ। ਸੰਖੇਪ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਅਰਥਾਂ ਦਾ ਪਤਾ ਲੱਗ ਜਾਏ, ਸਮਝ ਆ ਜਾਏ, ਅਤੇ ਜਿਹੜੇ ਜਿਹੜੇ ਵੀ ਗੁਰੂ ਰਵਿਦਾਸ ਨੇ ਆਪਣੇ ਉਪਦੇਸ਼ ਗੁਰਬਾਣੀ ਵਿੱਚ ਕੀਤੇ ਹਨ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਬਾਬਾ ਨਾਨਕ ਦੀ ਹੋਵੇ, ਜਾਂ ਜਿਹੜੇ ਵੀ ਹੋਰ 35 ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਇਹਨਾਂ ਬਾਣੀਆਂ ਦੇ ਉਪਦੇਸ਼ ਦਾ ਕੋਈ ਫਰਕ ਨਹੀਂ ਹੈ। ਫਰਕ ਲੋਕਾਂ ਨੇ ਆਪਣੇ ਆਪਣੇ ਆਪ ਪਾਏ ਹੋਏ ਹਨ ਅਤੇ ਉਹ ਫਰਕ ਜਿਹੜੇ ਅਜੇ ਚੱਲੇ ਜਾ ਰਹੇ ਹਨ, ਪਰ ਗੁਰਬਾਣੀ ਦੇ ਉਪਦੇਸ਼ ਦਾ ਕੋਈ ਫਰਕ ਨਹੀਂ ਹੈ। ਤੋ ਇਸ ਤਰ੍ਹਾਂ ਜਦੋਂ ਅਸੀਂ ਸਮਝ ਜਾਵਾਂਗੇ ਇਹਨਾਂ ਸ਼ਬਦਾਂ ਦਾ ਅਰਥ ਕੀ ਹੈ, ਸ਼ਬਦਾਂ ਦੇ ਵਿੱਚ ਉਹਨਾਂ ਨੇ ਕੀ ਉਪਦੇਸ਼ ਕੀਤਾ ਹੈ, ਤਾਂ ਹੋ ਸਕਦਾ ਅਸੀਂ ਜੋ ਕੁਝ ਮਨਮਤਾਂ ਕਰ ਰਹੇ ਹਾਂ, ਕੋਈ ਮੂਰਤੀ ਪੂਜਾ ਕਰ ਰਹੇ ਹਾਂ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮਨਮਤ ਕਰਮ ਕਰ ਰਹੇ ਹਾਂ, ਉਹਨਾਂ ਵਿੱਚੋਂ ਨਿਕਲ ਕੇ ਅਸੀਂ ਕੇਵਲ ਅਤੇ ਕੇਵਲ ਜੋ ਬਾਣੀ ਹੈ ਇਹਦੇ ਲੜ ਲੱਗਾਂਗੇ ਤਾਂ ਸਾਡਾ ਜੀਵਨ ਸਫਲ ਹੋਏਗਾ, ਸੰਸਾਰ ਵਿੱਚ ਆਉਣ ਦਾ ਮਨੋਰਥ ਪੂਰਾ ਹੋਏਗਾ। ਤੋਂ ਅਖੀਰ ਵਿੱਚ ਭਗਤਾਂ ਦੇ ਬਾਰੇ ਗੁਰੂ ਪਾਤਸ਼ਾਹਾਂ ਨੇ ਵੀ ਆਪਣੀ ਬਾਣੀ ਵਿੱਚ ਕੁਝ ਨਾ ਕੁਝ ਲਿਖਿਆ ਹੋਇਆ, ਕਿਵੇਂ ਜਿਨ੍ਹਾਂ ਨੂੰ ਲੋਕ ਨੀਵੇਂ ਕਰਕੇ ਅਛੂਤ ਕਰਕੇ ਆਖਦੇ ਸਨ, ਉਹ ਕਿਵੇਂ ਉੱਚੀਆਂ ਪਦਵੀਆਂ ਪਰ ਪਹੁੰਚੇ। तो ਅਸੀਂ ਕੁਝ ਸ਼ਬਦ ਦੇਖਦੇ ਹਾਂ ਜਿਨ੍ਹਾਂ ਵਿੱਚ ਗੁਰੂ ਪਾਤਸ਼ਾਹ ਨੇ ਭਗਤਾਂ ਬਾਰੇ ਕੁਝ ਨਾ ਕੁਝ ਲਿਖਿਆ। ਪੰਨਾ 1192 ਹੈ। ਇਸ ਦੇ ਉੱਪਰ 5ਵੇਂ ਗੁਰੂ ਜੀ ਦਾ ਸ਼ਬਦ ਹੈ ਬਸੰਤ ਮਹਲਾ 5ਵਾਂ, ਤੇ ਇਹਦੀ ਆਪਾਂ ਵਿਆਖਿਆ ਨਹੀਂ ਕਰਨੀ, ਸਿਰਫ ਪੜ੍ਹਨਾ ਹੀ ਹੈ ਤਾਂ ਕਿ ਪਤਾ ਲੱਗ ਜਾਏ ਕਿ ਗੁਰੂ ਪਾਤਸ਼ਾਹਾਂ ਨੇ ਕਿਵੇਂ ਭਗਤਾਂ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ, ਕਿਵੇਂ ਉਹਨਾਂ ਨੇ ਆਪਣਾ ਜੀਵਨ ਉੱਚਾ ਕੀਤਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਬਸੰਤ ਮਹਲਾ 5ਵਾਂ ਘਰ ਪਹਿਲਾ, ਦੋ ਤੁਕੀਆਂ, ਦੋ ਤੁਕਾਂ ਵਾਲੇ। ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਧਰਿਆ ਕਹਿ ਏਕ ਬਾਰ। ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਹਰੀ ਨਿਸੰਗ। ਤੇਰਿਆਂ ਸੰਤਾਂ ਜਾਚੋਂ ਚਰਨ ਰੇਨ, ਲੈ ਮਸਤਕ ਲਾਵੋਂ ਕਰ ਕਿਰਪਾ ਦੇਨ। ਰਹਾਉ ਗਨਿਕਾ ਉਧਰੀ ਹਰਿ ਕਹਿ ਤੋਤ, ਗਜ ਇੰਦਰ ਧਿਆਇਓ ਹਰਿ ਕੀਓ ਮੋਖ। ਬਿਪਰ ਸੁਦਾਮੇ ਦਾਲਦ ਭੰਜ, ਰੇ ਮਨ ਤੂੰ ਵੀ ਭਜ ਗੋਬਿੰਦ। ਬਦਿਕ ਉਧਾਰਿਓ ਖਮ ਪ੍ਰਹਾਰ, ਕੁਬਜਾ ਉਧਰੀ ਅੰਗੁਸ਼ਟ ਧਾਰ। ਬਿਦਰ ਉਧਾਰਿਓ ਦਾਸਤ ਭਾਇ, ਰੇ ਮਨ ਤੂੰ ਵੀ ਹਰਿ ਧਿਆਇ। ਪ੍ਰਹਲਾਦ ਰੱਖੀ ਹਰਿ ਪੈਜ ਆਪੇ। ਪ੍ਰਹਲਾਦ ਰੱਖੀ ਹਰਿ ਪੈਜ ਆਪ, ਬਸਤਰ ਸ਼ੀਨਤ ਦ੍ਰੋਪਦੀ ਰੱਖੀ ਲਾਜ। ਜਿਨ ਜਿਨ ਸੇਵਿਆ ਅੰਤ ਬਾਰ, ਰੇ ਮਨ ਸੇਵੀ ਤੂੰ ਪਰਹਿ ਪਾਰ। ਧੰਨੈ ਸੇਵਿਆ ਬਾਲ ਬੁੱਧੇ, ਤ੍ਰਿਲੋਚਨ ਗੁਰ ਮੇਲੇ ਪਈ ਸਿੱਧੇ। ਬੇਣੀ ਕਉ ਗੁਰ ਕੀਓ ਪ੍ਰਗਾਸ਼। ਤੋਂ ਨਾਲ ਨਾਲ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਇਹਨਾਂ ਦੇ ਅੰਦਰ ਜਾਗਰਤੀ ਪੈਦਾ ਹੋਈ, ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸਨ। ਤ੍ਰਿਲੋਚਨ ਗੁਰ ਮਿਲ ਪਈ ਸਿੱਧੇ, ਬੇਣੀ ਕੋ ਗੁਰ ਕੀਓ ਪ੍ਰਗਾਸ਼। ਰੇ ਮਨ ਤੂੰ ਵੀ ਹੋਏ ਦਾਸ। ਤੋ ਜਿੱਦਾਂ ਜਿੱਦਾਂ ਇਹਨਾਂ ਭਗਤ ਜਿਨ੍ਹਾਂ ਨੇ ਮਿਹਨਤ ਕੀਤੀ, ਰੱਬ ਨੂੰ ਯਾਦ ਕੀਤਾ,
ਤੇ ਪੰਜਵੇਂ ਗੁਰੂ ਜੀ ਮਨ ਨੂੰ ਸੰਬੋਧਨ ਕਰ ਰਹੇ ਆ ਕਿ ਮੇਰੇ ਮਨ ਤੂੰ ਵੀ ਇਸ ਤਰ੍ਹਾਂ ਦਾਸ ਬਣ। ਜੈ ਦੇਵ ਧਿਆਇਓ ਅਹਮ ਮੇਵ, ਨਾਈ ਉਧਰਿਓ ਸੈਨ ਸੇਵ। ਮਨ ਡੀਂਗ ਨਾ ਡੋਲੇ ਕਹੂੰ ਜਾਏ, ਮਨ ਤੂੰ ਵੀ ਤਰਸਹਿ ਸ਼ਰਨ ਪਾਏ। ਤਰਸਹਿ ਮਤਲਬ ਤਰ ਜਾਵੇਗਾ, ਬਚ ਜਾਵੇਗਾ। ਜੇ ਅਨੁਗ੍ਰਹੋ ਠਾਕੁਰ ਕੀਓ ਆਪੇ, ਸੇ ਤੈ ਲੀਨੇ ਭਗਤ ਰਾਖੇ। ਤਿਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਈ। ਲੋਕ ਭਾਵੇਂ ਅਛੂਤ ਕਹਿੰਦੇ ਸਨ, ਮਾੜਾ ਕਹਿੰਦੇ ਸਨ, ਪਰ ਰੱਬ ਨੇ ਇਹਨਾਂ ਦਾ ਕੋਈ ਗੁਣ ਅਵਗੁਣ ਵਿਚਾਰਿਆ ਨਹੀਂ, ਸਾਰਿਆਂ ਨੂੰ ਪ੍ਰੇਮ ਕੀਤਾ। ਇਹ ਵਿਧੀ ਦੇਖ ਮਨ ਲੱਗਾ ਸੇਵ। ਕਬੀਰ ਧਿਆਇਓ ਏਕ ਰੰਗ, ਨਾਮਦੇਵ ਹਰਿ ਜੀਉ ਬਸੈ ਸੰਗ। ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਇਸ ਤਰ੍ਹਾਂ ਭਗਤਾਂ ਦੀ ਸ਼੍ਰੇਣੀ ਵਿੱਚ ਸਾਰਿਆਂ ਦਾ ਨਾਂ ਲੈ ਕੇ ਦੱਸਿਆ ਕਿਸ ਤਰ੍ਹਾਂ ਕਿਸੇ ਨੇ ਬੰਦਗੀ ਕੀਤੀ ਤੇ ਉਹਨਾਂ ਨੇ ਉੱਚਾ ਰੁਤਬਾ ਜਿਹੜਾ ਇੱਥੇ ਪ੍ਰਾਪਤ ਕੀਤਾ। ਭਾਵੇਂ ਲੋਕ ਉਹਨਾਂ ਨੂੰ ਮਾੜਾ ਮਾੜਾ ਕਰਕੇ ਆਖ ਰਹੇ ਸਨ, ਪਰ ਰੱਬ ਨੇ ਇਹਨਾਂ ਦਾ ਗੁਣ ਅਵਗੁਣ ਕੋਈ ਨਹੀਂ ਵਿਚਾਰਿਆ ਅਤੇ ਇਹਨਾਂ ਨੂੰ ਆਪਣਾ ਪ੍ਰੇਮ ਦੇ ਕੇ ਨਿਵਾਜਿਆ ਅਤੇ ਪ੍ਰਸਿੱਧ ਕੀਤਾ। ਪੰਨਾ 1207 ਹੈ। ਇਹ ਵੀ ਪੰਜਵੇਂ ਗੁਰੂ ਜੀ ਦਾ ਸ਼ਬਦ ਹੈ। ਸਾਰੰਗ ਮਹਲਾ ਪੰਜਵਾਂ। ਊਆ ਅਵਸਰ ਕੈ ਹੋਂ ਬਲ ਜਾਈ, ਆਠ ਪੈਰ ਆਪਣਾ ਪ੍ਰਭ ਸਿਮਰਨ। ਵੱਡ ਭਾਗੀ ਹਰਿ ਪਾਈ ਰਹੋ, ਭਲੋ ਕਬੀਰ ਦਾਸ ਦਾਸਨ ਕੋ ਉੱਤਮ ਸੈਣ ਜਨ ਨਾਈ। ਊਚ ਤੇ ਊਚ ਨਾਮ ਦਿਓ ਸਮਦਰਸ਼ੀ, ਰਵਿਦਾਸ ਠਾਕੁਰ ਬਣ ਆਈ। ਤੇ ਸਾਫ਼ ਸਾਫ਼ ਲਿਖਿਆ ਕਿਸ ਤਰ੍ਹਾਂ ਰੱਬ ਨਾਲ ਇਹਨਾਂ ਦੀ ਪ੍ਰੀਤ ਬਣੀ ਤੇ ਰਵਿਦਾਸ ਠਾਕੁਰ ਬਣ ਆਏ। ਰਵਿਦਾਸ ਜੀ ਠਾਕੁਰ ਨਾਲ ਬਣ ਆਈ, ਸਾਂਝ ਪੈ ਗਈ, ਪ੍ਰੀਤ ਹੋ ਗਈ। ਜੀਉ ਪਿੰਡ ਤਨ ਧਨ ਸਾਧਨ ਕਾ, ਇਹ ਮਨ ਸੰਤ ਰਿਨਾਈ। ਸੰਤ ਪ੍ਰਤਾਪ ਭਰਮ ਸਭ ਨਾਸੇ, ਨਾਨਕ ਮਿਲੇ ਗੁਸਾਈ। ਅੱਗੇ 487 ਪੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਲਾ ਪੰਜਵਾਂ। ਇਹ ਵੀ ਪੰਜਵੇਂ ਗੁਰੂ ਜੀ ਦਾ ਸ਼ਬਦ ਹੈ, ਜਿੱਥੇ ਦੱਸਿਆ ਕਿ ਭਗਤਾਂ ਨੇ ਕਿਵੇਂ ਤਰੱਕੀ ਕੀਤੀ, ਭਗਤਾਂ ਨੇ ਕਿਵੇਂ ਬੰਦਗੀ ਕੀਤੀ। ਤੇ ਧੰਨੇ ਭਗਤ ਬਾਰੇ ਇਸ ਸ਼ਬਦ ਵਿੱਚ ਇਹ ਭੁਲੇਖਾ ਕੱਢਿਆ ਆ। ਧੰਨੇ ਭਗਤ ਨੇ ਕੋਈ ਪੱਥਰ ਨਹੀਂ ਪੂਜਿਆ। ਧੰਨੇ ਭਗਤ ਨੇ ਉਸੇ ਤਰ੍ਹਾਂ ਬੰਦਗੀ ਜਿਵੇਂ ਰਵਿਦਾਸ, ਕਬੀਰ, ਸੈਣ ਅਤੇ ਹੋਰ ਭਗਤਾਂ ਨੇ ਜਿਵੇਂ ਬੰਦਗੀ ਪ੍ਰੇਮ ਕੀਤਾ, ਉਸੇ ਤਰ੍ਹਾਂ ਹੀ ਇਹ ਧੰਨੇ ਨੇ ਵੀ ਇਸ ਤਰ੍ਹਾਂ ਬੰਦਗੀ ਕੀਤੀ ਹੈ। ਉਹਨੇ ਕੋਈ ਪੱਥਰ ਨਹੀਂ ਪੂਜਿਆ। ਸੋ ਇਹ ਭੁਲੇਖਾ ਕੱਢਣ ਵਾਸਤੇ ਇਹ ਸ਼ਬਦ ਪੰਜਵੇਂ ਗੁਰੂ ਦੇ ਲਿਖਿਆ ਹੋਇਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ। ਤੋ ਜਿਹਨੂੰ ਕਹਿੰਦੇ ਸੀ ਅੱਧੀ ਕੌਡੀ ਦਾ ਸ਼ਿੰਬਾ ਆ, ਉਹ ਲੱਖਾਂ ਦਾ ਹੋ ਗਿਆ, ਉਹਦਾ ਮੁੱਲ ਲੱਖਾਂ ਬਣ ਗਿਆ। ਕਿੱਦਾਂ ਬਣ ਗਿਆ? ਗੋਬਿੰਦ 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 ਸੰਗ, ਰੱਬ ਦੀ ਬੰਦਗੀ ਨਾਲ ਰਹੋ। ਬੁਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗੇ ਹਰਿ ਦਰਸ਼ਨ ਪਾਇਆ। ਤੋ ਸਾਧ ਸੰਗਤ ਦੀ ਵਡਿਆਈ ਰਵਿਦਾਸ ਜੀ ਨੇ ਵੀ ਆਪਣੇ ਸ਼ਬਦ ਵਿੱਚ ਕੀਤੀ ਹੈ, ਜੋ ਅਖੀਰਲਾ ਸ਼ਬਦ ਸੀ, ਮਿਲਤ ਪਿਆਰੋ ਕਵਨਨਾਥ, ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤੀ। ਤੇ ਉਸ ਵਿੱਚ ਵਡਿਆਈ ਕੀਤੀ ਸਾਧ ਸੰਗਤ ਦੀ। ਇੱਥੇ ਪੰਜਵੇਂ ਗੁਰੂ ਜੀ ਵੀ ਕਹਿ ਰਹੇ ਹਨ ਕਿ ਰਵਿਦਾਸ ਜੀ ਨੇ ਵੀ ਜਿਹੜੇ ਕਿ ਢਵੰਤਾ ਢੋਰ ਨੀਤ, ਇਹ ਪਸ਼ੂ ਢੋਣ ਦਾ ਮਰੇ ਪਸ਼ੂ ਢੋਣ ਦਾ ਕੰਮ ਕਰਦੇ ਸਨ। ਉਹਨਾਂ ਨੇ ਮੋਹ ਮਾਇਆ ਤੋਂ ਆਪਣਾ ਮਨ ਬਾਹਰ ਖਿੱਚ ਲਿਆ। ਤਿੰਨ ਤਿਆਗੀ ਮਾਇਆ, ਮੋਹ ਮਾਇਆ ਤੋਂ ਉੱਚੇ ਉੱਠ ਗਏ ਤੇ ਕੀ ਕੀਤਾ? ਪ੍ਰਗਟ ਹੋਆ ਸਾਧ ਸੰਗ, ਸਾਧ ਸੰਗਤ ਵਿੱਚ ਪ੍ਰਗਟ ਹੋ ਗਏ, ਸਾਧ ਸੰਗ ਵਿੱਚ ਰਹਿੰਦਿਆਂ ਪ੍ਰਗਟ ਹੋ ਗਏ। ਹਰਿ ਦਰਸ਼ਨ ਪਾਇਆ ਤੇ ਹਰੀ ਦਾ ਦਰਸ਼ਨ ਪ੍ਰਾਪਤ ਕੀਤਾ, ਪਰ ਰੱਬ ਨਾਲ ਇੱਕਮਿਕ ਹੋ ਗਏ। ਸੈਣ ਦੀ ਗੱਲ ਕਰਦੇ, ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ, ਉਹ ਵੀ ਭਗਤਾਂ ਦੀ ਸ਼੍ਰੇਣੀ ਵਿੱਚ ਗਣੇ ਗਏ।
ਇਹ ਵਿਧੀ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਇਹ ਪੰਨਾ 488 ਲਿਖਿਆ ਜਿਹੜਾ ਅਗਲੇ ਪੇਜ ਦਾ ਹੈ। 487 ਤੋਂ ਇਹ ਸ਼ਬਦ ਸ਼ੁਰੂ ਹੁੰਦਾ। ਤੇ ਇਹ ਵਿਧੀ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। तो ये विधि सुन के कि कबीर जी ने, रविदास जी ने, सैन ने, नामदेव ने इस तरह करके उन्होंने रब नाल एकमिक होए आ। ते यही ढंग सुन के जिहड़ा जट सी धन्ना जाटरो उठ भगती लागा, वो भी उठ के भगती च लग गया। ये नहीं लिखिया भी वो मूर्ति पूजा करन लग पिया जां बुत पूजा करन लग पिया, इदां नहीं लिखिया है। ये भुलेखा कढ़िया कि जिवें बाकी भगतां ने नाम जप के उन्होंने प्रसिद्धि प्राप्त की है, उन्होंने विधि वाल देख के धन्ने जट नूं ही फुरना फुरिया, ये भी भगती विच लग गया। मिले परतख गुसाइयां धन्ना वडभागा। अगे पन्ना 733 उपर शब्द ये चौथे सतगुरु जी का है, गुरु रामदास जी का। कहते हैं नीच जात हर जपतियां उत्तम पदवी पाए। ਜਿਹਨੂੰ ਲੋਕ ਨੀਚ ਕਹਿੰਦੇ ਹੋਣ, ਨੀਚ ਜਾਤ ਕਹਿੰਦੇ ਹੋਣ, ਉਹਦੇ ਵਿੱਚ ਜੇ ਕੋਈ ਪੈਦਾ ਹੋ ਕੇ ਹਰੀ ਦੀ ਭਗਤੀ ਕਰਨ ਲੱਗ ਪਏ, ਜਪਣ ਲੱਗ ਪਏ ਹਰੀ ਨੂੰ, ਤਾਂ ਉਸ ਨੂੰ ਵੀ ਬੜੀ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਪੁੱਛੋ ਬਿਦਰ ਦਾਸੀ ਸੁੱਤਾ ਹੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਇੱਥੇ ਉਦਾਹਰਨਾਂ ਦਿੱਤੀਆਂ ਹਨ। ਇਹ ਬਿਦਰ ਦੀ ਉਦਾਹਰਨ ਹੈ ਜਿਹੜਾ ਕਿ ਦਾਸੀ ਦੇ ਪੇਟ ਤੋਂ ਪੈਦਾ ਹੋਇਆ ਸੀ, ਤੇ ਕ੍ਰਿਸ਼ਨ ਜਿਹੜਾ ਹੈ ਉਹ ਦੁਰਯੋਧਨ ਦੇ ਮਹੱਲਾਂ ਵਿੱਚ ਨਹੀਂ ਸੀ ਗਿਆ, ਉਹ ਇਸ ਬਿਦਰ ਦੇ ਘਰ ਵਿੱਚ ਉਹਨੇ ਰਾਤ ਕੱਟੀ ਸੀ। ਹਰੀ ਕੀ ਕਥ ਕਥਾ ਸੁਣੋ ਜਨ ਭਾਈ, ਜਿਤ ਸੰਸ਼ਾ ਦੁਖ ਭੂਖ ਸਭ ਲਹਿ ਜਾਏ। ਰੱਬ ਦੀ ਕਥ ਕਥਾ ਹੈ। ਰਹਾਓ ਰਵਿਦਾਸ ਚੁਮਾਰ ਉਸਤਤੀ ਕਰੇ, ਹਰੀ ਕੀਰਤ ਨਿਮਕ ਇੱਕ ਗਾਏ। ਜਿਸ ਨੂੰ ਚੁਮਾਰ ਕਹਿੰਦੇ ਸਨ ਲੋਕ, ਵੱਡੀ ਉੱਚੀ ਕੋਲ ਵਾਲੇ, उसने भी रब की उस्तुति करनी शुरू की। हरी कीरती, हरी दी कीरती सिफ सलाह निमक, निमक एक गाए। अख दे झमकण जिन्ने समय ताई ਉਹਨੂੰ ਕਹਿੰਦੇ ਆ ਨਿਮਕ। ਹਰੀ ਕੀਰਤ ਨਿਮਕ ਇੱਕ ਗਾਏ। ਤੇ ਇਸ ਤਰ੍ਹਾਂ ਪ੍ਰੇਮ ਨਾਲ ਭਿੱਜ ਕੇ ਰੱਬ ਦੀ ਉਹ ਸਿਫਤ ਸਲਾਹ ਕਰਦੇ ਸਨ। ਤੇ ਫਿਰ ਕੀ ਬਖਸ਼ਿਸ਼ ਹੋਈ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਤੋ ਜਿਹੜੀ ਜਾਤ ਨੂੰ ਲੋਕ ਕਹਿੰਦੇ ਸਨ ਵੀ ਇਹ ਪਤਿਤ ਹੈ, ਇਹ ਮਾੜੀ ਹੈ, ਨੀਵੀਂ ਹੈ, ਤੇ ਉਹ ਉੱਤਮ ਹੋ ਗਏ। ਉਸ ਜਾਤ ਵਿੱਚ ਵੀ ਪੈਦਾ ਹੋ ਕੇ ਉੱਤਮ ਹੋ ਗਏ, ਸ੍ਰੇਸ਼ਟ ਬਣ ਗਏ। ਤੇ ਕੀ ਹੋਇਆ, ਚਾਰ ਹੀ ਵਰਨ ਪਏ ਪੱਗ ਆਏ। ਚਾਰੇ ਵਰਨਾਂ ਦੇ ਲੋਕ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼, ਚਾਰੇ ਵਰਨਾਂ ਦੇ ਲੋਕ ਉਹਨਾਂ ਦੇ ਆ ਕੇ ਪੈਰੀਂ ਪੈ ਗਏ। ਅੱਗੇ ਗੱਲ ਕਰਦੇ ਹਨ ਭਗਤ ਨਾਮਦੇਵ ਜੀ ਦੀ। ਨਾਮਦੇਵ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹੈ ਬੁਲਾਏ। ਲੋਕ ਛਿੰਬਾ ਛਿੰਬਾ ਕਰਕੇ ਬੁਲਾਉਂਦੇ ਸਨ ਤੇ ਇਸ ਤਰ੍ਹਾਂ ਠੱਠਾ ਮਖੌਲ ਕਰਦੇ ਸਨ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰਿ ਨਾਮਦੇਵ ਲਿਆ ਮੁਖ ਲਾਏ। ਉਹਨਾਂ ਤੇ ਵੀ ਕਿਰਪਾ ਹੋਈ। ਜਿਤਨੇ ਭਗਤ ਹਰਿ ਸੇਵਕਾ, ਜਿੰਨੇ ਵੀ ਸੇਵਕ ਇਹ ਭਗਤ ਹੋਏ ਹਨ, ਮੁਖ 68 ਤੀਰਥ 3 ਤਿਲਕ ਕਢਾਏ। ਉਹਨਾਂ ਦੇ ਮੱਥੇ ਤੇ ਜਿਵੇਂ 68 ਤੀਰਥਾਂ ਦਾ ਟਿੱਕਾ ਲੱਗਾ ਸੀ। ਭਾਵ ਉਹਨਾਂ ਦੇ ਦਰਸ਼ਨ ਕਰਨ ਨਾਲ ਬੰਦੇ ਨੂੰ 68 ਤੀਰਥਾਂ ਦਾ ਇਸ਼ਨਾਨ ਹੀ ਹੋ ਜਾਂਦਾ ਸੀ। ਇੰਨੀ ਉਹਨਾਂ ਦੀ ਬਾਣੀ ਵਿੱਚ ਤਾਕਤ ਸੀ, ਇੰਨੀ ਉਹਨਾਂ ਦੇ ਬੋਲਾਂ ਵਿੱਚ ਸ਼ਕਤੀ ਸੀ। ਜਨ ਨਾਨਕ ਤਿਨ ਕੋ ਆਂਦਨ ਪਰਸ਼ੇ, ਜੋ ਕਿਰਪਾ ਕਰੇ ਹਰ ਰਾਏ। ਤੇ ਜਿਨ੍ਹਾਂ ਤੇ ਕਿਰਪਾ ਹੋਈ ਹੈ ਮਾਲਕ ਦੀ ਇਸ ਤਰ੍ਹਾਂ, ਤੇ ਇਸ ਤਰ੍ਹਾਂ ਦਾਸ ਨਾਨਕ ਵੀ ਉਹਨਾਂ ਆਂਦਨ ਪਰਸ਼, ਉਹਨਾਂ ਨੂੰ ਆਂਦਨ ਪਰਸ਼ਦਾ ਹੈ, ਸਪਰਸ਼ ਕਰਦਾ ਹੈ, ਉਹਨਾਂ ਦੀ ਸੰਗਤ ਚਾਹੁੰਦਾ ਹੈ। 835 ਅੱਗੇ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਵੀ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ। ਉਹਨਾਂ ਨੇ ਕਿਸ ਤਰ੍ਹਾਂ ਜ਼ਿਕਰ ਕੀਤਾ। ਬਿਲਾਵਲ ਮਹਲਾ ਚੌਥਾ। ਸਤਿਗੁਰੂ ਪਰਚੈ ਮਾਨੇ ਮੁੰਦਰਾ ਭਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ। ਤੇ ਸਤਿਗੁਰੂ ਦਾ ਸ਼ਬਦ ਜਿਹੜਾ ਆ, ਇਹ ਸਤਿਗੁਰੂ ਦੀ ਸਿੱਖਿਆ, ਇਹ ਮੁੰਦਰਾ ਬਣਾ ਲਈਆਂ। ਤੇ ਗੁਰੂ ਦਾ ਸ਼ਬਦ ਜਿਹੜਾ ਆ, ਇਹ ਸਰੀਰ ਵਾਲੀ ਜਿਹੜੀ ਲੋਕ ਭਸਮ ਮਲ ਦੇ ਉੱਤੇ, ਇਹ ਗੁਰੂ ਦਾ ਸ਼ਬਦ ਬਣਾ ਲਿਆ। ਅਮਰ ਪਿੰਡ ਪਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ। ਇੱਥੇ ਵੀ ਸਾਧੂ ਸੰਗ ਦੀ ਮਹਾਨਤਾ ਕੀਤੀ ਹੈ, ਦੱਸਿਆ। ਮੇਰੇ ਮਨ ਸਾਧ ਸੰਗਤ ਮਿਲ ਰਹੀ ਆ, ਕਿਰਪਾ ਕਰੋ ਮਧੂਸੂਦਨ ਮਾਧੋ,
ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਫਿਰ ਉਦਾਸ ਬਾਣੀ ਵਿੱਚ ਵੀ ਮਾਧੋ ਸ਼ਬਦ ਬਹੁਤ ਵਾਰੀ ਵਰਤਿਆ ਗਿਆ। ਚੌਥੇ ਪਾਤਸ਼ਾਹ ਵੀ ਰੱਬ ਨੂੰ ਮਾਧੋ ਕਹਿ ਕੇ ਕਹਿੰਦੇ ਹਨ, ਕਿਰਪਾ ਕਰੋ ਮਧੂਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਤੇ ਮੈਂ ਸਾਧੂ ਦੇ ਚਰਨ ਜਿਹੜੇ ਆ ਉਹ ਧੋਵਾਂ ਨਿਤ ਨਿਤ, ਕਿਰਪਾ ਕਰੋ ਭਾਵ ਉਹਨਾਂ ਦੀ ਸੰਗਤ ਕਰਾਂ। ਰਹਾਓ ਤਜੈ ਗ੍ਰਿਸਤ ਭਇਆ ਬਨਵਾਸੀ, ਇੱਕ ਖਿਨ ਮਨੁਆ ਟਿਕੇ ਨ ਟਿਕਈਆ। ਤਾਵਤ ਧਾਏ ਤਦੇ ਘਰ ਆਵੈ, ਹਰੀ ਹਰੀ ਸਾਧੂ ਚਰਨ ਪਵਈਆ। ਧੀਆਂ ਪੂਤ ਛੋੜ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ। ਆਸਾ ਆਸ ਕਰੇ ਨਹੀਂ ਬੂਝੈ, ਗੁਰ ਕੈ ਸ਼ਬਦ ਨਿਰਾਸ਼ ਸੁਖ ਲਈਆ। ਉਪਜੀ ਤਰਕ ਦਿਗੰਬਰ ਹੋਆ, ਮਨ ਦਾਦਿਸ਼ ਚਲ ਚਲ ਗਵਨ ਕਰਈਆ। ਪ੍ਰਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ, ਮਿਲ ਸੰਗ ਸਾਧ ਦਇਆ ਕਰ ਲਈਆ। ਆਸਣ ਸਿੱਧ ਸਿੱਖੇ ਬਹੁ ਤੇਰੇ, ਮਨ ਮੰਗੈ ਰਿਧਿ ਸਿਧਿ ਚੇਟਕ ਚੇਟਕਈਆ। ਤ੍ਰਿਪਤੀ ਸੰਤੋਖ ਮਨ ਸ਼ਾਂਤ ਨ ਆਵੈ, ਮਿਲ ਸਾਧੂ ਤ੍ਰਿਪਤੀ ਹਰਿ ਨਾਮ ਸਿੱਧ ਪਈਆ। ਗੁਰੂ ਦੀ ਵਡਿਆਈ ਵਾਰ-ਵਾਰ ਕਰਦੇ ਹਨ। ਅੰਡਰ ਜੇਰਜ ਸੇਤਜ ਉਤਪਜ, ਸਭ ਵਰਨ ਰੂਪ ਜੀ ਜੰਤੂ ਪਈਆ। ਇਹ ਸਾਰੇ ਜੀ ਜੰਤੂ ਉਸਦੇ ਪੈਦਾ ਕੀਤੇ ਹਨ, ਸਾਰੀਆਂ ਇਹਨਾਂ ਖਾਣੀਆਂ ਦੇ। ਸਾਧੂ ਸ਼ਰਨ ਪਰੇ ਪਰੈ ਸੋ ਉਬਰੈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਚੰਡਾਲ ਚੰਡਈਆ। ਤੋ ਚਾਹੇ ਜਿਹਨੂੰ ਲੋਕ ਚੰਡਾਲ ਕਹਿੰਦੇ ਸਨ, ਜਿਨ੍ਹਾਂ ਨੂੰ ਲੋਕ ਸ਼ੂਦਰ ਕਰਕੇ ਵੈਸ਼ ਕਰਕੇ ਕਹਿੰਦੇ ਸਨ, ਤੇ ਇੱਥੇ ਸਤਿਗੁਰੂ ਜੀ ਕਹਿੰਦੇ ਹਨ ਵੀ ਚਾਹੇ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਚੰਡਾਲ ਹੈ, ਜਿਹੜਾ ਕਿ ਸਾਧੂ ਦੀ ਸ਼ਰਨ ਆਉਂਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਉਹਦਾ ਉਧਾਰ ਹੋ ਜਾਂਦਾ ਹੈ। ਉਹ ਗੁਰੂ ਦੀ ਬਾਣੀ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਉੱਚਾ ਕਰ ਲੈਂਦਾ ਹੈ। ਨਾਮਾ ਜੈ ਦਿਓ ਕੰਬੀਰ ਤ੍ਰਿਲੋਚਨ, ਆਉ ਜਾਤ ਰਵਿਦਾਸ ਚਮਿਆਰ ਚਮਈਆ। ਜੋ ਜੋ ਮਿਲੈ ਸਾਧੂ ਜਨ ਸੰਗਤ, ਤਨ ਜੱਟਾ ਜੱਟ ਤਨ ਧੰਨਾ ਜੱਟ ਸੈਣ ਮਿਲਿਆ ਹਰੀ ਦਈਆ। ਤੋ ਇਸ ਤਰ੍ਹਾਂ ਇਹ ਸਾਰੇ ਹਰੀ ਨੂੰ ਮਿਲੇ, ਭਾਵ ਇਹ ਸਾਰੇ ਹਰੀ ਨਾਲ ਇੱਕਮਿਕ ਹੋ ਗਏ, ਜਿਨ੍ਹਾਂ ਦਾ ਨਾਂ ਲਏ ਹਨ ਨਾਮਾ, ਜੈ ਦਿਓ, ਕਬੀਰ, ਤ੍ਰਿਲੋਚਨ, ਰਵਿਦਾਸ। ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ ਕਹਿੰਦੇ ਨੇ ਇਸ ਤਰ੍ਹਾਂ ਜਿਵੇਂ ਇਹ ਮਿਲੇ, ਜਿਹੜਾ ਵੀ ਸਾਧੂ ਜਨ ਸੰਗਤ ਵਿੱਚ ਮਿਲਦਾ ਹੈ, ਚਾਹੇ ਧੰਨਾ ਜੱਟ ਸੀ ਤਾਂ ਚਾਹੇ ਸੈਣ ਸੀ, ਇਹ ਸਾਰੇ ਹਰੀ ਨਾਲ ਇੱਕਮਿਕ ਹੋ ਗਏ। ਸੰਤ ਜਨਾ ਕੀ ਹਰੀ ਪੈਜ ਰਖਾਈ, ਭਗਤੀ ਵਛਲ ਅੰਗੀਕਾਰ ਕਰਈਆ। ਨਾਨਕ ਸ਼ਰਨ ਪਰੇ ਜਗ ਜੀਵਨ, ਹਰੀ ਹਰੀ ਕਿਰਪਾ ਧਾਰੇ ਰਖਈਆ। ਅਗਲਾ ਸ਼ਬਦ 1390 ਪੰਨੇ ਉੱਤੇ ਹੈ। ਇਹ ਭੱਟਾਂ ਦੀ ਬਾਣੀ ਵਿੱਚੋਂ, ਭੱਟਾਂ ਦੀ ਸਵਈਆਂ ਵਿੱਚੋਂ ਹੈ। ਤੇ ਉਹ ਵੀ ਲਿਖਦੇ ਹਨ, ਕਹਿੰਦੇ ਗੁਣ ਗਾਵੇ ਰਵਿਦਾਸ ਭਗਤ, ਜੈ ਦੇਵ ਤ੍ਰਿਲੋਚਨ। ਨਾਮਾ ਭਗਤ ਕਬੀਰ, ਸਦਾ ਗਾਵੇ ਸਮਲੋਚਨ। ਭਗਤ ਬੇਣੀ ਗੁਣ ਰਵੈ, ਸਹਿਜ ਆਤਮ ਰੰਗ ਮਾਣੈ। ਤੋ ਜਿਹਨਾਂ ਭਗਤਾਂ ਦੇ ਨਾਂ ਲਏ ਹਨ, ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਤੇ ਉਹਨਾਂ ਵਿੱਚੋਂ ਉਹਨਾਂ ਦੇ ਨਾਂ ਲੈ, ਜਿਵੇਂ ਰਵਿਦਾਸ, ਜੈਦੇਵ, ਤ੍ਰਿਲੋਚਨ, ਨਾਮਾ, ਕਬੀਰ, ਬੇਣੀ, ਇਹ ਭਗਤਾਂ ਦੇ ਨਾਂ ਹਨ। ਜੋਗ ਧਿਆਨ ਗੁਰ ਗਿਆਨ, ਬਿਨਾ ਪ੍ਰਭ ਅਵਰ ਨਾ ਜਾਣੈ। ਸੁਖਦੇਵ ਪਰੀਖਿਤ ਗੁਣ ਰਵੈ, ਗੌਤਮ ਰਿਖੀ ਜਸ਼ ਗਾਇਓ। ਕਵੀ ਕਲ ਸੁਜਸ਼ ਨਾਨਕ, ਗੁਰ ਨਿਤ ਨਵਤਨ ਜਗ ਛਾਇਓ। ਤੋ ਇਸ ਤਰ੍ਹਾਂ ਭਗਤਾਂ ਦੇ ਸੰਬੰਧ ਵਿੱਚ ਉਹ ਕਿਵੇਂ ਈਸ਼ਵਰ ਦੇ ਨਾਲ ਜੁੜ ਕੇ ਸਾਧ ਸੰਗਤ ਦੀ ਕਿਰਪਾ ਦੁਆਰਾ, ਪ੍ਰਭੂ ਦੀ ਕਿਰਪਾ ਦੁਆਰਾ, ਭਾਵੇਂ ਨੀਵੀਆਂ ਜਾਤਾਂ ਵਾਲੇ ਲੋਕਾਂ ਨੇ ਉਹਨਾਂ ਨੂੰ ਬਣਾਇਆ, ਬ੍ਰਾਹਮਣਾਂ ਨੇ ਕਿਹਾ ਉਹਨਾਂ ਨੂੰ, ਠੱਠੇ ਮਖੌਲ ਵੀ ਕੀਤੇ, ਕਿਵੇਂ ਉਹ ਉੱਚੇ ਹੋਏ ਬੰਦੀ ਕਰਕੇ। ਇਹ ਸਾਰਾ ਕੁਛ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਸੋ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।